ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਂ ਸੰਗਤ ਜੀ, ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜੋ ਪੈਨਲ ਮੈਂਬਰਸ ਨੇ ਆਪ ਜੀ ਨਾਲ ਫਤਿਹ ਸਾਂਝੀ ਕਰਨਗੇ ਜੀ। ਬੇਨਤੀ ਕਰ ਰਿਹਾ ਸਰਦਾਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਡਾਕਟਰ ਤੇਜਿੰਦਰ ਸਿੰਘ ਜੀ। ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਿੱਕਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ। ਸਰਦਾਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਰਦਾਰ ਹਰਜੀਤ ਸਿੰਘ ਜੀ। ਸ਼ਾਇਦ ਉਹਨਾਂ ਦਾ ਕਨੈਕਸ਼ਨ ਥੋੜਾ ਕਟਿਆ ਗਿਆ ਜੀ। ਤੋਂ ਸਾ ਇੰਦਰਬੀਰ ਸਿੰਘ ਜੀ ਤੇ ਸਜਗੀਰ ਸਿੰਘ ਜੀ ਅਜੇ ਆਏ ਨਹੀਂ, ਬਾਅਦ ਵਿੱਚ ਜੁਆਇਨ ਕਰ ਲੈਣਗੇ। ਆਪਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜੀ। ਸਰ ਐਮਪੀ ਸਿੰਘ ਜੀ ਨੂੰ ਬੁਲਾਓ। ਐਮਪੀ ਸਿੰਘ ਜੀ। ਭਾਈ ਸਾਹਿਬ ਐਮਪੀ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਤੋਂ ਬਾਕੀ ਸੱਜਣ ਇੰਦਰਬੀਰ ਸਿੰਘ ਜੀ, ਜਗੀਰ ਸਿੰਘ ਜੀ ਬਾਅਦ ਵਿੱਚ ਜੁਆਇਨ ਕਰ ਲੈਣਗੇ। ਆਪਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜੀ। ਤੋਂ ਸੰਗਤ ਜੀ, ਆਪ ਜੀ ਨੇ ਜੋ ਸਵਾਲ ਭੇਜੇ ਨੇ, ਤੋਂ ਵੱਖ-ਵੱਖ ਵਿਸ਼ਿਆਂ ਤੇ ਸਵਾਲ ਨੇ, ਤੇ ਇੱਕ ਇੱਕ ਸਵਾਲ ਕਰਕੇ ਆਪਾਂ ਆਪ ਦੇ ਸਾਹਮਣੇ ਲਿਆ ਰਹੇ ਹਾਂ ਜੀ। ਇੱਕ ਬੜਾ ਜ਼ਰੂਰੀ ਸਵਾਲ ਸਾਡੇ ਕੋਲ ਆਇਆ, ਜਿਹੜਾ ਅੱਜ ਦੀ ਤਰੀਕ ਵਿੱਚ ਉਹ ਬੜਾ ਹੀ ਅਹਿਮ ਵਿਸ਼ਾ ਸਾਡੇ ਲਈ ਬਣ ਗਿਆ। ਉਹ ਕਿਸੇ ਵੀਰ ਨੇ ਮੈਨੂੰ ਇਹ ਸਵਾਲ ਲਿਖਿਆ ਜੀ, ਬਈ ਟੋਪੀ ਪਾਉਣ ਦੀ ਆਗਿਆ ਹੈ ਕਿ ਨਹੀਂ। ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਉਹ ਪੱਗ ਨੂੰ ਤਿਲਾਂਜਲੀ ਦੇ ਕੇ ਟੋਪੀ ਵੱਲ ਤੁਰ ਰਹੀ ਹੈ। ਤਾਂ ਜ਼ਰੂਰੀ ਗੱਲ ਹੈ ਕਿ ਜਿਹੜੇ ਵਿਚਾਰਵਾਨ ਲੋਕ ਨੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਹੋਣਾ, ਤੇ ਕਿਉਂਕਿ ਜਿਹੜੀ ਯੁਵਾ ਪੀੜ੍ਹੀ ਹੈ ਉਹਨੂੰ ਸਮਝਾਉਣਾ ਵੀ ਕੋਈ ਬੜੀ ਸੌਖੀ ਗੱਲ ਨਹੀਂ ਹੈ। ਤਾਂ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਪੈਨਲ ਨੂੰ ਕਿ ਇਹਦੇ ਬਾਰੇ ਸਾਨੂੰ ਦੱਸੋ ਵੀ ਗੁਰਮਤਿ ਕੀ ਕਹਿੰਦੀ ਹੈ, ਜਾਂ ਅਲਾਉ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ। ਮੈਂ ਬੇਨਤੀ ਕਰ ਰਿਹਾ ਭੈਣ ਮਨਿੰਦਰ ਕੌਰ ਜੀ ਨੂੰ ਵੀ ਉਹ ਕਿਰਪਾ ਕਰਕੇ ਇਹਦੇ ਬਾਰੇ ਸਾਨੂੰ ਦੱਸਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਵੀਰ ਜੀ ਨੇ ਗੱਲ ਕੀਤੀ ਹੈ, ਤੇ ਦਸਤਾਰ ਸਿੱਖਾਂ ਲਈ ਤਾਜ ਹੈ ਤੇ ਵੱਖਰੀ ਪਹਿਚਾਨ ਦੀ ਪ੍ਰਤੀਕ ਹੈ। ਰਹਿਤ ਮਰਿਆਦਾ ਵਿੱਚ ਗੁਰਮਤਿ ਦੀ ਰਹਿਣੀ ਵਾਲੇ ਟੌਪਿਕ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਸਿੱਖ ਲਈ ਕਛਹਿਰੇ ਤੇ ਦਸਤਾਰ ਤੋਂ ਛੁੱਟ ਪੁਸ਼ਾਕ ਸੰਬੰਧੀ ਬਾਕੀ ਕੋਈ ਪਾਬੰਦੀ ਨਹੀਂ ਹੈ। ਸਿੱਖ ਇਸਤਰੀ ਦਸਤਾਰ ਸਜਾਏ ਜਾਂ ਨਾ ਸਜਾਏ, ਦੋਵੇਂ ਠੀਕ ਹਨ। ਸੋ ਸਿੱਖ ਲਈ ਦਸਤਾਰ ਦੀ ਪਾਬੰਦੀ ਹੈ। ਹਰ ਕੌਮ ਦੇ ਆਪਣੇ ਸੱਭਿਆਚਾਰ ਹੁੰਦੇ ਹਨ, ਤੇ ਹਿੰਦੂ ਟੋਪੀ ਪਾਉਂਦੇ ਹਨ, ਉਹਨਾਂ ਦਾ ਸੱਭਿਆਚਾਰ ਹੈ, ਉਹਨਾਂ ਦੀ ਪਛਾਣ ਉਸ ਤਰ੍ਹਾਂ ਦੀ ਹੈ। ਸਿੱਖ ਸੱਭਿਆਚਾਰ ਵਿੱਚ ਗੁਰੂ ਸਾਹਿਬ ਨੇ ਦਸਤਾਰ ਬਖਸ਼ੀ ਹੈ। ਸੋ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਦਸਤਾਰ ਬੰਨੀ ਜਾਂਦੀ ਸੀ। ਜਦੋਂ ਭਾਈ ਮਰਦਾਨਾ ਜੀ ਨੂੰ ਕੇਸ ਕਤਲ ਕਰਨ ਤੋਂ ਵਰਜਿਆ, ਉੱਥੋਂ ਵੀ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਕੇਸਾਂ ਦੇ ਸਤਕਾਰ ਦੀ ਹੀ ਗੱਲ ਕੀਤੀ ਤੇ ਦਸਤਾਰ ਦੀ ਗੱਲ ਕੀਤੀ। ਦਸਤਾਰ ਦੇ ਸਰੂਪ ਸਮੇਂ-ਸਮੇਂ ਵਿੱਚ ਬਦਲਦੇ ਰਹੇ ਹਨ, ਪਰ ਦਸਤਾਰ ਹੀ ਸਿੱਖਾਂ ਦਾ ਪਹਿਰਾਵਾ ਹੈ। ਦਸਤਾਰ ਸਾਡਾ ਪਹਿਰਾਵਾ ਹੈ, ਸੋ ਛੋਟੇ ਬੱਚਿਆਂ ਨੂੰ ਛੋਟੀ ਦਸਤਾਰ ਬੰਨ੍ਹੀ ਜਾਣੀ ਚਾਹੀਦੀ ਹੈ। ਜਦੋਂ ਛੋਟੀ ਟੋਪੀ ਵਰਗੀ ਬੰਨਣ ਦੀ ਆਦਤ ਬਚਪਨ ਵਿੱਚ ਪਾ ਦਿੰਦੇ ਹਾਂ, ਤੇ ਫਿਰ ਵੱਡੇ ਹੋ ਕੇ ਵੀ ਬੱਚੇ ਟੋਪੀ ਪਾਉਣ ਲੱਗ ਜਾਂਦੇ ਹਨ। ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਸਿਰ ਤੇ ਕੱਜਿਆ ਹੋਇਆ ਹੈ। ਤੇ ਹੋਏ ਸਿੱਖ ਸਿਰ ਟੋਪੀ ਧਰੇ, 7 ਜਨਮ ਕੁਸ਼ਤੀ ਹੋਏ ਮਰੇ, ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ। ਸੋ ਅੰਗਰੇਜ਼ਾਂ ਦੀ ਆਮਦ ਤੋਂ ਪਹਿਲਾਂ ਭਾਰਤ ਵਿੱਚ ਸਾਰੀਆਂ ਹੀ ਕੌਮਾਂ ਸਿਰ ਕੱਜ ਕੇ ਰੱਖਦੀਆਂ ਸਨ। ਹਿੰਦੂਆਂ ਨੂੰ ਵੀ ਪਗੜੀ ਪਾਣੀ ਜ਼ਰੂਰੀ ਸੀ। ਰਿਸ਼ੀ ਅਵਤਾਰ ਵੀ ਜੋ ਹੋਏ ਹਨ, ਉਹ ਵੀ ਕੇਸ ਰੱਖਦੇ ਸੀ, ਨੰਗੇ ਸਿਰ ਨਹੀਂ ਰਹਿੰਦੇ ਸਨ, ਪੱਗ ਬੰਨਿਆ ਕਰਦੇ ਸੀ। ਤੇ ਅੱਜ ਵੀ ਅਸੀਂ ਦੇਖਦੇ ਹਾਂ ਕਿ ਜਿਹੜੇ ਨਹੀਂ ਵੀ ਬੰਨਦੇ, ਉਹ ਵੀ ਵਿਆਹ ਜਾਂ ਘਰ ਤੇ ਕੋਈ ਕਾਰਜ ਹੋਵੇ ਤੇ ਪੱਗ ਬੰਨਦੇ ਹਨ, ਭਾਵੇਂ ਤਰੀਕਾ ਕੋਈ ਵੀ ਹੋਵੇ। ਇਸ ਦਾ ਮਤਲਬ ਹੈ ਕਿ ਪੱਗ ਬੰਨਣੀ ਜ਼ਰੂਰੀ ਹੁੰਦੀ ਸੀ। ਇਸਲਾਮ ਵਿੱਚ ਵੀ ਸਿਰ ਕੱਜਿਆ ਜਾਂਦਾ ਹੈ, ਗੋਲ ਟੋਪੀ ਉਹਨਾਂ ਦੀ ਪਛਾਣ ਹੈ। ਈਸਾਈ ਪਾਦਰੀ ਵੀ ਸਿਰ ਤੇ ਟੋਪਾ ਜਿਹਾ ਰੱਖਦੇ ਹਨ। ਤੇ
ਸਿਰ ਕੱਜਣਾ ਇਹ ਇੱਕ ਅੱਛੀ ਸਭਿਅਤਾ ਦੀ ਨਿਸ਼ਾਨੀ ਹੈ। ਟੋਪੀ ਪਾਉਂਦੇ ਪਾਉਂਦੇ ਅਸੀਂ ਇਹ ਵੀ ਦੇਖਦੇ ਹਾਂ ਕਿ ਪੱਗ ਬੰਨਣ ਦੀ ਆਦਤ ਨਹੀਂ ਪੈਂਦੀ ਹੈ। ਈਵਨ ਸਾਡੇ ਵੱਡੇ ਵੀ ਫਿਰ ਉਹ ਤੀਰੇ ਨਾਲ ਕੇਸ ਹੀ ਕਤਲ ਕਰ ਦਿੰਦੇ ਹਨ ਤੇ ਪਤਿਤ ਪੁਣੇ ਵਿੱਚ ਪੈ ਜਾਂਦੇ ਹਨ। ਤੋ ਟੋਪੀ ਪਤਿਤ ਪੁਣੇ ਵੱਲ ਲੈ ਕੇ ਜਾਣ ਦਾ ਪਹਿਲਾ ਕਦਮ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਕਾਬਲ ਦੀ ਸੰਗਤ ਵਾਸਤੇ ਹੁਕਮਨਾਮਾ ਲਿਖਿਆ ਸੀ, ਉਸ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਹੁਕਮਨਾਮਾ ਇਸ ਤਰ੍ਹਾਂ ਸੀ ਕਿ ਇੱਕ ਓੰਕਾਰ ਸਤਿਗੁਰ ਜੀ ਸਹਾਇ, ਸਰਬਤ ਸੰਗਤ ਕਾਬੁਲ ਗੁਰੂ ਰੱਖੇਗਾ। ਗੁਰਾਂ ਉੱਤੇ ਤੁਸਾਂ ਉੱਤੇ ਸਾਡੀ ਬਹੁਤ ਖੁਸ਼ੀ ਹੈ। ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰੱਖਣੇ ਇਹ ਸਾਡੀ ਮੋਹਰ ਹੈ। ਕੱਚ ਕਿਰਪਾਨ ਦਾ ਵਿਸਾਰ ਨਹੀਂ ਕਰਨਾ, ਸਰਬ ਲੋਹ ਦਾ ਕੜਾ ਹੱਥ ਰੱਖਣਾ, ਦੋਨੋਂ ਵਕਤ ਕੇਸਾਂ ਦੀ ਪਾਲਣਾ ਕਰਨੀ। ਸਰਬ ਸੰਗਤ ਅਭਾਖਿਆ ਦਾ ਕੁੱਠਾ ਖਾਵੇ ਨਹੀਂ, ਤੰਬਾਕੂ ਨਾ ਵਰਤਣਾ, ਪਾਦਨੀ तथा कन्या मारन वाले से मिलाप ना रखो। गुरबानी पढ़नी, वाहिगुरु वाहिगुरु जपना, गुरु दी रहत रखनी। इस हुक्मनामे विच सारियां गल्लां लगभग स्पष्ट ਹਨ। ਇਸ ਲੇਖ ਦਾ ਵਿਸ਼ਾ ਜੋ ਕੇਸਾਂ ਸੰਬੰਧੀ ਹੈ ਉਹ ਹੈ ਕਿ ਕੇਸਾਂ ਨੂੰ ਗੁਰੂ ਦੀ ਮੋਹਰ ਸਮਝਣਾ ਤੇ ਇਹਨਾਂ ਨੂੰ ਜਨਮ ਤੋਂ ਹੀ ਜਿਉਂ ਦੇ ਤਿਉਂ ਸਾਬਤ ਰੱਖਣਾ ਹੈ। ਗੁਰੂ ਹੁਕਮ ਤੋਂ ਵੀ ਸਪਸ਼ਟ ਹੈ ਕਿ ਜਦੋਂ ਅਸੀਂ ਢਿੱਲੜ ਹੋ ਜਾਂਦੇ ਹਾਂ, ਜੋ ਕੇਸਾਂ ਦੀ ਰਹਿਤ ਤੇ ਪੱਕਾ ਹੈ, ਉਹ ਫਿਰ ਢਿੱਲੜ ਵੀ ਨਹੀਂ ਹੁੰਦਾ ਹੈ। ਹੁਕਮ ਮੰਨੀਏ ਹੋਵੇ ਪਰਵਾਨ, ਤਾਂ ਖਸਮੇ ਕਾ ਮਹਿਲ ਪਾਇਸੀ। ਇਹ ਗੱਲ ਗੁਰੂ ਪਾਤਸ਼ਾਹ ਨੇ ਕੀਤੀ ਹੈ। ਸੋ ਹੁਕਮ ਮੰਨਣੇ ਦੀ ਗੱਲ ਤੇ ਪਹਿਰਾ ਦੇਣਾ ਹੈ, ਕਿਉਂਕਿ ਸਾਡੇ ਤੇ ਸੱਭਿਆਚਾਰ ਦੀ ਨਿਸ਼ਾਨੀ ਹੈ ਤੇ ਦਸਤਾਰ ਬੰਨ੍ਹਣੀ ਹੀ ਚਾਹੀਦੀ ਹੈ। ਤੇ ਕਾਸਤ ਜੀ ਨੇ ਇਸ ਦੇ ਬਹੁਤ ਵਧੀਆ ਇੱਕ ਕਵਿਤਾ ਲਿਖੀ ਹੈ, ਰਾਜ ਖਾਲਸਾ ਤਾਜ ਖਾਲਸਾ। ਉਸ ਦੀ ਸਾਂਝ ਪਾ ਰਹੀ ਹਾਂ। ਰਾਜ ਖਾਲਸਾ ਤਾਜ ਖਾਲਸਾ, ਰਾਜ ਖਾਲਸਾ ਸਾਂਭ ਨਾ ਸਕੇ, ਰਾਜ ਖਾਲਸਾ ਸਾਂਭ ਨਾ ਸਕੇ, ਲਾਜ ਖਾਲਸਾ ਸਾਂਭ ਕੇ ਰੱਖੋ। ਬਖਸ਼ੀ ਹੋਈ ਦਸਤਾਰ ਗੁਰੂ ਦੀ, ਬਖਸ਼ੀ ਹੋਈ ਦਸਤਾਰ ਗੁਰੂ ਦੀ, ਤਾਜ ਖਾਲਸਾ ਸਾਂਭ ਕੇ ਰੱਖੋ। ਗੁਰਸਿੱਖ ਮੇਰੇ ਭੈਣ ਭਰਾਓ, ਗੁਰਸਿੱਖ ਮੇਰੇ ਭੈਣ ਭਰਾਓ, ਆਪਣਾ ਰਾਜ ਗਵਾ ਬੈਠੇ ਹੋ। ਗੱਦਾਰਾਂ ਦੇ ਆਖੇ ਲੱਗ ਕੇ ਆਪਣਾ ਘਰ ਜਲਾ ਬੈਠੇ ਹੋ। ਹੁਣ ਵੀ ਸੋਚੋ, ਹੁਣ ਵੀ ਸੋਚੋ, ਹੁਣ ਵੀ ਸੰਭਲੋ, ਕਿਸ ਗੁਰੂ ਦੇ ਚੇਲੇ ਹੋ। ਸ਼ੇਰਾਂ ਜਿਹਾ ਸਰੂਪ ਹੈ ਤੁਹਾਡਾ, ਸ਼ੇਰਾਂ ਜਿਹਾ ਸਰੂਪ ਹੈ ਤੁਹਾਡਾ, ਮੈਂ ਕਰਦੇ ਲੇਲੇ ਹੋ। ਕੋਈ ਵੀ ਰੁਤਬਾ, ਕੋਈ ਵੀ ਪਦਵੀ ਸਿੰਘੋ ਤੁਹਾਡੇ ਹਾਨ ਦੀ ਨਹੀਂ ਹੈ। ਤੁਸੀਂ ਪੰਜਾਬ ਦੇ ਮਹਾਰਾਜੇ ਸੋ, ਫਿਰ ਵੀ ਤੁਹਾਨੂੰ ਪਛਾਣ ਨਹੀਂ ਹੈ। ਹੁਣ ਵੀ ਭਾਰਤ ਦੇ ਰਾਜੇ ਹੋ, ਭਾਰਤ ਵਿੱਚ ਜਨਤਾ ਦਾ ਰਾਜ ਏ। ਪਗੜੀ ਲਾ ਕੇ ਟੋਪੀ ਪਾਉਣਾ, ਕੀ ਤੁਹਾਡਾ ਇਹੋ ਸਵਰਾਜ ਏ। ਮੇਰਾ ਸ਼ੇਰਾਂ ਵਰਗਾ ਚਿਹਰਾ ਮੋਰਾ, ਸ਼ੇਰਾਂ ਵਰਗਾ ਚਿਹਰਾ ਮੋਰਾ, ਗਿੱਦੜਾਂ ਜਿਹਾ ਫਿਰ ਕਿਉਂ ਕਿਰਦਾਰ। ਤੁਸੀਂ ਨਹੀਂ ਦਸ਼ਮੇਸ਼ ਦੇ ਬੇਟੇ, ਤੁਸੀਂ ਨਹੀਂ ਦਸ਼ਮੇਸ਼ ਦੇ ਬੇਟੇ, ਜੇ ਸਿਰ ਤੁਹਾਡੇ ਨਹੀਂ ਦਸਤਾਰ। ਤੁਸੀਂ ਨਹੀਂ ਦਸ਼ਮੇਸ਼ ਦੇ ਬੇਟੇ, ਜੇ ਸਿਰ ਤੁਹਾਡੇ ਨਹੀਂ ਦਸਤਾਰ। ਮੈਨੂੰ ਚਿੰਤਾ ਏ ਤੁਹਾਡੀ ਪੱਗ ਦੀ, ਸੁੱਚੇ ਦਾੜੇ ਲੰਬੇ ਕੇਸ, ਤੁਹਾਡੀ ਖਾਤਰ ਸਰਬੰਸ ਲੁਟਾਇਆ ਏ ਮੇਰੇ ਦਸ਼ਮੇਸ਼। ਮੈਨੂੰ ਚਿੰਤਾ ਰਾਜ ਦੀ ਨਹੀਂ ਹੈ, ਮੈਨੂੰ ਚਿੰਤਾ ਰਾਜ ਦੀ ਨਹੀਂ ਹੈ, ਰਾਜ ਤਾਂ ਫਿਰ ਵੀ ਮਿਲ ਜਾਏਗਾ। ਸਦੀਆਂ ਤੋਂ ਮੁਰਝਾਏ ਬੂਟੇ ਤੇ ਫੁੱਲ ਸਿੱਖੀ ਦਾ ਖਿਲ ਜਾਏਗਾ। ਅੱਜ ਸਿੱਖਾਂ ਨੂੰ ਸ਼ਰਮ ਨਹੀਂ ਹੈ, ਪਹਿਨ ਟੋਪੀਆਂ ਘੁੰਮਣ ਬਾਜ਼ਾਰ। ਕਿੱਧਰ ਗਈ ਤੁਹਾਡੀ ਸਰਦਾਰੀ, ਕਿੱਧਰ ਗਈ ਤੁਹਾਡੀ ਸਰਦਾਰੀ। ਗੁਰੂ ਦੀ ਬਖਸ਼ੀ ਹੋਈ ਦਸਤਾਰ, ਗੁਰੂ ਦੀ ਬਖਸ਼ੀ ਹੋਈ ਦਸਤਾਰ। ਪੰਜ ਪਿਆਰੇ ਸਿਰ ਦਸਤਾਰੇ, ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਸਿੱਖ ਫੌਜਾਂ ਦੇ ਬਣੇ ਕਮਾਂਡਰ, ਦੁਸ਼ਮਨ ਰਨ ਤੱਤੇ ਚੋਂ ਭੱਜ ਗਏ। ਚੜੇ ਸੂਰਮੇ ਗੁਰੂ ਗੋਬਿੰਦ ਦੇ, ਦੁਸ਼ਮਨ ਦਲਾਂ ਦੇ ਛੱਕੇ ਛੁੱਟ ਗਏ। ਕੁੱਲ ਦੁਨੀਆ ਨੂੰ ਲੁੱਟਣ ਲੁਟੇਰੇ, ਕੁੱਲ ਦੁਨੀਆ ਨੂੰ ਲੁੱਟਣ ਲੁਟੇਰੇ,
ਅੱਜ ਆਪਣੇ ਘਰ ਵਿੱਚ ਹੀ ਲੁੱਟ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੇ ਤੱਕੋ ਨੀਲਾ ਦਸਤਾਰਾ। ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੇ ਤੱਕੋ ਨੀਲਾ ਦਸਤਾਰਾ, ਦੇਵਤਿਆਂ ਨੇ ਆਪ ਸਜਾਇਆ ਦਸਤਾਰੇ ਤੇ ਤਾਜ ਪਿਆਰਾ। ਅਤ ਸੁੰਦਰ ਨਲੂਏ ਦੀ ਪਗੜੀ, ਅਤ ਸੁੰਦਰ ਨਲੂਏ ਦੀ ਪਗੜੀ, ਜਿਸ ਦੇ ਵੱਟ ਸਨ ਕਈ ਹਜ਼ਾਰ। ਚੁੱਪ ਸ਼ਾਹ ਲਿਕਾ ਨਲੂਆ, ਰਾਂਗਲੇ ਕਹਿਣ ਪਠਾਨਿਆ 100 ਵਾਰ। ਫੂਲਾ ਸਿੰਘ ਅਕਾਲੀ ਜੀ ਦਾ ਰੂਪ ਸਰੂਪ ਨਿਹੰਗਾਂ ਵਾਲਾ। ਨੌ ਸ਼ਹਿਰੇ ਵਿੱਚ ਸੌ ਗਿਆ ਯੋਧਾ, ਪਠਾਨ ਫੌਜ ਨੂੰ ਜਿੱਤਣ ਵਾਲਾ। ਸ਼ਾਮ ਸਿੰਘ ਅਟਾਰੀ ਵਾਲੇ ਦੀ, ਸ਼ਾਮ ਸਿੰਘ ਅਟਾਰੀ ਵਾਲੇ ਦੀ ਅਤ ਸੁੰਦਰ ਦਸਤਾਰ ਤਾਂ ਵੇਖੋ, ਨਾਲ ਫਿਰੰਗੀਆਂ ਲੜਦੇ ਯੋਧਾ, ਯੋਧੇ ਹੱਥ ਤਲਵਾਰ ਤਾਂ ਵੇਖੋ। ਕੰਵਰ ਨੌ ਨਿਹਾਲ ਸਿੰਘ ਨੂੰ ਲੱਖ ਮੇਰਾ ਪ੍ਰਣਾਮ ਹੈ ਕਾਸਦ, ਜਿਸ ਦੇ ਸੁੰਦਰ ਦਸਤਾਰੇ ਤੇ ਕੁੱਲ ਜ਼ਮਾਨਾ ਹੋਇਆ ਆਸ਼ਕ। ਕੰਵਰ ਨੌ ਨਿਹਾਲ ਸਿੰਘ ਨੂੰ ਲੱਖ ਮੇਰਾ ਪ੍ਰਣਾਮ ਹੈ ਕਾਸਦ, ਜਿਸ ਦੇ ਸੁੰਦਰ ਦਸਤਾਰੇ ਤੇ ਕੁੱਲ ਜ਼ਮਾਨਾ ਹੋਇਆ ਆਸ਼ਕ। ਸਿੰਘੋ ਲਾਜ ਬਚਾ ਕੇ ਰੱਖੋ, ਸਿੰਘੋ ਲਾਜ ਬਚਾ ਕੇ ਰੱਖੋ, ਸਿਰ ਦਸਤਾਰ ਸਜਾ ਕੇ ਰੱਖੋ। ਰਾਜ ਤੁਹਾਡੇ ਕਦਮ ਚੁੰਮੇਗਾ, ਸਿਰ ਤੇ ਤਾਜ ਸਜਾ ਕੇ ਰੱਖੋ। ਰਾਜ ਤੁਹਾਡੇ ਕਦਮ ਚੁੰਮੇਗਾ, ਸਿਰ ਤੇ ਤਾਜ ਸਜਾ ਕੇ ਰੱਖੋ। ਰਾਜ ਖਾਲਸਾ ਸਾਂਭ ਨਾ ਸਕੇ, ਰਾਜ ਖਾਲਸਾ ਸਾਂਭ ਨਾ ਸਕੇ, ਲਾਜ ਖਾਲਸਾ ਸਾਂਭ ਕੇ ਰੱਖੋ। ਬਖਸ਼ੀ ਹੋਈ ਦਸਤਾਰ ਗੁਰੂ ਦੀ, ਤਾਜ ਖਾਲਸਾ ਸਾਂਭ ਕੇ ਰੱਖੋ। ਬਖਸ਼ੀ ਹੋਈ ਦਸਤਾਰ ਗੁਰੂ ਦੀ, ਤਾਜ ਖਾਲਸਾ ਸਾਂਭ ਕੇ ਰੱਖੋ। इस कविता राਹੀਂ ਕਾਸਤ ਜੀ ਨੇ सब कुछ बयान कर दिता है। मैंने लगता है और कुछ बोलने की लोड़ नहीं है। सो इतनी बेनती प्रवान करनी जी। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਖਿਮਾ ਕਰਨਾ ਭਾਵੇਂ ਕੁਝ ਸਮਾਂ ਲੱਗਿਆ, ਪਰੰਤੂ ਇਹ ਬੜਾ ਜ਼ਰੂਰੀ ਸਵਾਲ ਸੀ, ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਸ ਤੇ ਪਹਿਰਾ ਦਈਏ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਟੋਪੀਆਂ ਵੱਲ ਨਾ ਝੁਕ ਜਾਏ। ਔਰ ਜੰਗ ਛੱਡ ਕੇ ਕਈ ਵੱਡੀ ਉਮਰ ਦੇ ਵੀ ਜਿਹੜੇ ਨੇ ਉਹ ਜੇ ਟੋਪੀ ਦੀ ਵਰਤੋਂ ਕਰਦੇ ਨੇ, ਸਾਨੂੰ ਬੜਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਭੈਣ ਜੀ ਨੇ ਬੜੀ ਡਿਟੇਲ ਸਾਨੂੰ ਸਭ ਕੁਝ ਦੱਸਿਆ, ਹੋਰ ਦੱਸਣ ਦੀ ਲੋੜ ਨਹੀਂ ਹੈ। ਤੋ ਸਤਿਗੁਰੂ ਕਿਰਪਾ ਕਰੇ ਅਸੀਂ ਆਪਣੇ ਫਰਜ਼ ਨੂੰ ਪਛਾਣੀ। ਭੈਣ ਜੀ ਦਾ ਧੰਨਵਾਦ ਹੈ। ਤੇ ਅਗਲਾ ਸਵਾਲ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਡਾਕਟਰ ਤਜਿੰਦਰ ਸਿੰਘ ਜੀ ਨੂੰ। ਸਵਾਲ ਹੈ ਕਿ ਜਿਹੜੀ ਸਿੱਖ ਰਹਿਤ ਮਰਿਆਦਾ ਇਹਨੂੰ ਡੇਰਿਆਂ ਵਾਲੇ ਡੇਰਾਵਾਦ ਜਿਹੜੇ ਨੇ ਕਹਿੰਦੇ ਖਰੜਾ ਹੈ ਜੀ, ਇਹ ਪ੍ਰਵਾਨ, ਬਲਕਿ ਜਦ ਕਿ ਪੰਥ ਪ੍ਰਵਾਨ ਰਹਿਤ ਮਰਿਆਦਾ ਹੈ, ਤੇ ਇਹਨੂੰ ਕਿਸੇ ਸਰਟੀਫਿਕੇਟ ਦੀ ਕੀ ਲੋੜ ਹੈ ਜਾਂ ਨਹੀਂ ਲੋੜ ਹੈ। ਸਵਾਲ ਕਰਤਾ ਇਹ ਪੁੱਛ ਰਿਹਾ ਬਈ ਡੇਰਾਵਾਦ ਇਹਨੂੰ ਕਿਉਂ ਮਰਿਆਦਾ ਮੰਨਣ ਨੂੰ ਤਿਆਰ ਨਹੀਂ। ਹਾਂਜੀ ਡਾਕਟਰ ਸਾਹਿਬ। वाहिगुरु जी का खालसा, ਵਾਹਿਗੁਰੂ ਜੀ ਕੀ वाहिगुरु ਫਤਿਹ। जी की। इस सवाल से पहले भी विचार हो चुकी है, पर सवाल बहुत जरूरी है। मैं इस तो पहले कि ਜਿਹੜੇ ਸੰਬੰਧਿਤ ਤੱਥ ਹੈਗੇ ਉੱਧਰ ਆਵਾਂ, ਇੱਕ ਬੇਨਤੀ ਇਹ ਹੈ ਜੋ ਕਿਤਾਬਾਂ ਚੋਂ ਔਰ ਵਿਦਵਾਨਾਂ ਦੀ ਬੇਨਤੀ ਹੈ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ ਕਿ ਸਿੱਖ ਸੰਗਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਵਕਤ ਰਹਿੰਦੇ ਰਹਿਤ ਮਰਿਆਦਾ ਦਾ ਸਤਿਕਾਰ ਨਾ ਕੀਤਾ ਤਾਂ ਇਸ ਦੇ ਭਾਂਤ-ਭਾਂਤ ਦੇ ਨਿਯਮ ਬਣਾ ਕੇ ਵੱਖ-ਵੱਖ ਸੰਪਰਦਾਵਾਂ ਕੌਮ ਨੂੰ ਵੰਡੀਆਂ ਪਾਉਣ ਦੇ ਯਤਨ ਕਰਦੇ ਰਹਿਣਗੀਆਂ। ਇਸ ਦੇ ਪੰਥਕ ਏਕਤਾ ਦੇ ਸੰਕਲਪ ਨੂੰ ਬਹੁਤ ਨੁਕਸਾਨ ਹਨ। ਵੱਧ ਰਹੇ ਕਰਮਕਾਂਡ ਅਤੇ ਪਤਿਤ ਪੁਨਾਂ ਨੂੰ ਰੋਕਣ ਲਈ ਮਰਿਆਦਾ ਜ਼ਰੂਰੀ ਹੈ। ਹੁਣ ਅਸੀਂ ਵਿਚਾਰਦੇ ਹਾਂ ਰਹਿਤ ਮਰਿਆਦਾ ਦੇ ਤੱਤ। ਇਹ ਖਰੜਾ ਹੈ ਕਿ ਦਸਤਾਵੇਜ਼। ਤਰੀਕਾਂ ਦੱਸਣੀਆਂ ਪੈਣਗੀਆਂ। 15 ਮਾਰਚ 1927 ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨਮਾਈ ਹੇਠ ਰਹੁ ਰੀਤੀ ਕਮੇਟੀ ਕੋਡ ਆਫ ਕੰਡਕਟ ਰਹੁ ਰੀਤੀ ਕਮੇਟੀ ਦਾ ਗਠਨ ਹੋਇਆ। ਅਪ੍ਰੈਲ 1931 ਦੇ ਗੁਰਦੁਆਰਾ ਗਜ਼ਟ ਵਿੱਚ ਪਹਿਲਾ ਖਰੜਾ ਸਮੂਹ ਸਿੱਖ ਜਗਤ ਲਈ ਛਾਪ ਕੇ ਵੰਡਿਆ ਗਿਆ ਤਾਂ ਕਿ ਦੇਸ਼ ਵਿਦੇਸ਼ 'ਚ ਬੈਠੇ ਸਿੱਖ ਇਸ ਦੇ ਉੱਪਰ ਆਪਣਾ ਪ੍ਰਤੀਕਰਮ ਦੇ ਸਕਣ। 4 ਅਕਤੂਬਰ 1931, 3 ਜਨਵਰੀ 1932, 31 ਜਨਵਰੀ 1932 ਇਹ 3 ਮੁੱਖ ਬੈਠਕਾਂ ਜਿਸ ਵਿੱਚ ਪਹਿਲੇ ਖਰੜੇ ਤੇ ਵਿਚਾਰ ਹੋਈ। ਇਹ ਸਾਰੇ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਏ। 8 ਮਈ 1932 ਜਥੇਦਾਰ ਅਕਾਲ ਤਖ਼ਤ ਦੀ ਨਿਗਰਾਨੀ ਵਿੱਚ ਕੁਝ ਸਿੱਖ ਵਿਦਵਾਨਾਂ ਅਤੇ ਸ਼੍ਰੋਮਣੀ ਕਮੇਟੀ ਸਹਿਤ ਸੰਸਥਾਵਾਂ ਵੱਲੋਂ ਖਰੜੇ ਉੱਤੇ ਮੁੜ ਵਿਚਾਰ ਹੋਈ।
26 ਸਤੰਬਰ 1932 ਕਈ ਸੱਜਣਾ ਦੇ ਜ਼ੋਰ ਦੇਣ ਕਾਰਨ ਉਕਤ ਖਰੜੇ ਤੇ ਫਿਰ ਵਿਚਾਰ ਹੋਈ। ਇਸ ਵਾਰ ਰੌ ਰੀਤੀ ਕਮੇਟੀ ਦੀ ਵਿਸ਼ੇਸ਼ ਬੈਠਕ ਬੁਲਾਈ। 1 ਅਕਤੂਬਰ 1932 ਕਨਵੀਨਰ ਰੌ ਰੀਤੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਹੁਣ ਤੱਕ ਦਾ ਸੋਧਿਆ ਹੋਇਆ ਖਰੜਾ ਪ੍ਰਕਾਸ਼ਿਤ ਕਰਕੇ ਵਧੇਰੇ ਮਾਹਰਾਂ ਨੂੰ ਭੇਜਣ ਦੀ ਹਦਾਇਤ ਕੀਤੀ ਤਾਂ ਜੋ ਵੱਧ ਤੋਂ ਵੱਧ ਵਿਚਾਰਾ ਹਾਸਲ ਹੋ ਸਕਣ। 1 ਅਗਸਤ 1936 4 ਸਾਲ ਲੱਗ ਗਏ ਵਿਚਾਰਾ ਮੰਗਣ ਤੋਂ ਬਾਅਦ ਉਸਦਾ ਵੀ ਇੰਤਜ਼ਾਰ ਕਰਨ ਦੇ ਵਿੱਚ, ਤਾਂ ਕਿ ਸਭ ਨੂੰ ਦੇਸ਼ ਵਿਦੇਸ਼ ਦੇ ਵਿੱਚ ਬੁੱਧੀਜੀਵੀਆਂ ਨੂੰ ਤੇ ਗੁਰਸਿੱਖਾਂ ਨੂੰ ਪੂਰਾ ਵਕਤ ਮਿਲ ਸਕੇ। 1 ਅਕਤੂਬਰ 1932 ਨੂੰ ਜੋ ਰਾਏ ਮੰਗੇ ਗਏ ਸੀ, 1 ਅਗਸਤ 1936 ਸਰਵ ਹਿੰਦ ਸਿੱਖ ਮਿਸ਼ਨ ਬੋਰਡ ਵੱਲੋਂ ਸਿੱਖ ਰਹਿਤ ਮਰਿਆਦਾ ਦਾ ਖਰੜਾ ਪ੍ਰਵਾਨ ਕਰ ਲਿਆ ਗਿਆ। 12 ਅਕਤੂਬਰ 1936 ਇਹ ਬੜੀ ਅਹਿਮ ਤਰੀਕ ਹੈ ਜੀ। 12 ਅਕਤੂਬਰ 1936 ਸ਼੍ਰੋਮਣੀ ਕਮੇਟੀ ਦੀ ਜਨਰਲ ਇਜਲਾਸ ਵੱਲੋਂ ਪ੍ਰਵਾਨਗੀ ਉਪਰੰਤ ਇਹ ਦਸਤਾਵੇਜ਼, ਮੈਂ ਰਿਪੀਟ ਕਰਾਂਗਾ ਜੀ, ਇਹ ਦਸਤਾਵੇਜ਼ ਜਥੇਦਾਰ ਅਕਾਲ ਤਖਤ ਵੱਲੋਂ ਸਮੂਹ ਸਿੱਖ ਸੰਗਤਾਂ ਅਤੇ ਪੰਥ ਦੇ ਨਾਮ ਜਾਰੀ ਕਰ ਦਿੱਤਾ ਗਿਆ। ਇਹ ਹੁਣ ਖਰੜਾ ਨਾ ਰਹਿ ਕੇ ਦਸਤਾਵੇਜ਼ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦਾ ਰੂਪ ਧਾਰਨ ਕਰ ਚੁੱਕਾ ਸੀ। 28 ਜੁਲਾਈ 1944 ਇਹ ਜਿਵੇਂ ਅਸੀਂ ਕਨਸਟੀਟਿਊਸ਼ਨ ਦੀ ਅਮੈਂਡਮੈਂਟ ਦੀ ਗੱਲ ਕਰਦੇ ਹਾਂ, ਹੁਣ ਕਨਸਟੀਟਿਊਸ਼ਨ ਬਣ ਚੁੱਕਾ ਹੈ, ਗੱਲ ਅਮੈਂਡਮੈਂਟ ਦੀ ਹੋ ਰਹੀ ਹੈ। ਕਨਸਟੀਟਿਊਸ਼ਨ ਬਣ ਚੁੱਕਾ ਹੈ, ਇਹ ਡਰਾਫਟ ਮੈਟਰ ਨਹੀਂ ਰਿਹਾ। 28 ਜੁਲਾਈ 1944 ਦੀ ਧਾਰਮਿਕ ਸਲਾਹਕਾਰ ਕਮੇਟੀ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਸਿੱਖ ਵਿਦਵਾਨਾਂ ਅਤੇ ਸੰਸਥਾਵਾਂ ਵੱਲੋਂ ਪਾਏ ਗਏ ਕੀਮਤੀ ਸੁਝਾਅ ਵਿਚਾਰਨ ਉਪਰੰਤ 7 ਜਨਵਰੀ 1945 ਨੂੰ ਨਾਮੀ ਪੰਥ ਦਰਦੀਆਂ ਨਾਲ ਮਿਲ ਕੇ ਵਿਸ਼ੇਸ਼ ਬੈਠਕ ਵਿੱਚ ਪ੍ਰਵਾਨ ਕੀਤੇ ਗਏ। ਇਹ ਕੁਝ ਸੁਝਾਅ ਸੀ ਜਿਹੜੇ ਜਿਹਨੂੰ ਅਮੈਂਡਮੈਂਟ ਦੇ ਵਿੱਚ ਲਿਆਂਦਾ ਗਿਆ। ਮੂਲ ਜਿਹੜੀ ਮਰਿਆਦਾ ਸੀ ਉਸ ਨੂੰ ਨਹੀਂ ਡਿਸਟਰਬ ਕੀਤਾ ਗਿਆ। ਇਹ ਸੁਝਾਅ ਕਿਸੇ ਖਰੜੇ ਵਿੱਚ ਨਹੀਂ ਬਲਕਿ ਪਹਿਲਾਂ ਤੋਂ ਮਨਜ਼ੂਰ ਹੋਏ ਸੰਵਿਧਾਨ ਵਿੱਚ ਜਾਂ ਮਰਿਆਦਾ ਵਿੱਚ ਹੀ ਕੀਤੇ ਗਏ ਸਨ। ਇਸ ਵਾਸਤੇ ਸ੍ਰੀ ਅਕਾਲ ਤਖਤ ਦੀ ਦੇਖ ਰੇਖ ਵਿੱਚ ਧਾਰਮਿਕ ਸਲਾਹਕਾਰ ਕਮੇਟੀ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਵਿਚਾਰ ਕੇ ਮੁੜ ਮਨਜ਼ੂਰੀ ਦਿੱਤੀ ਗਈ। ਇਸ ਉਪਰੰਤ 3 ਫਰਵਰੀ 1945 ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਹਨਾਂ ਸੋਧਾਂ ਦੀ ਪੁਸ਼ਟੀ ਕੀਤੀ। ਕੁਝ ਹੋਰ ਤੱਥ ਵਿਚਾਰਨ ਦੀ ਲੋੜ ਹੈ ਜੀ। ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਦੀ ਕਿਤਾਬ ਹੈ ਦਰਪਣ ਸਿੱਖ ਰਹਿਤ ਮਰਿਆਦਾ। ਇਸ ਵਿੱਚ ਵਿਸਥਾਰ ਨਾਲ ਰਹਿਤ ਮਰਿਆਦਾ ਨਾਲ ਜੁੜੇ ਘਟਨਾਕ੍ਰਮ ਇਤਿਹਾਸਕ ਪਲ ਲਿਖੇ ਗਏ ਹਨ, ਜਿਸ ਦੀ ਪੁਸ਼ਟੀ ਪੰਥ ਦੇ ਵਿਦਵਾਨਾਂ ਜਿਨ੍ਹਾਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ, ਤਖਤਾਂ ਦੇ ਜਥੇਦਾਰ ਸਾਹਿਬਾਨ ਆਦਿ ਸ਼ਾਮਲ ਹਨ। ਪੰਨਾ 54 ਦੇ ਸਪਸ਼ਟ ਕੀਤਾ ਹੈ ਕਿ ਇਹ ਮਰਿਆਦਾ ਸਮੁੱਚੇ ਖਾਲਸਾ ਪੰਥ ਦੀ ਹੈ। ਮੈਂ ਇਨਬਿਨ ਪੜ੍ਹ ਰਿਹਾ ਜੀ। ਇਹ ਮਰਿਆਦਾ ਸਮੁੱਚੇ ਖਾਲਸਾ ਪੰਥ ਦੀ ਹੈ। ਸ਼੍ਰੋਮਣੀ ਕਮੇਟੀ ਗੁਰੂ ਪੰਥ ਦੀ ਪ੍ਰਤੀਨਿਧ ਸੰਸਥਾ ਹੋਣ ਕਰਕੇ ਇਸ ਦੀ ਪ੍ਰਕਾਸ਼ਨਾ ਅਤੇ ਵਿਤਰਨ ਲਈ ਜ਼ਿੰਮੇਵਾਰ ਹੋਵੇਗੀ। ਇਹ ਵੀ ਦਰਜ ਹੈ ਕਿ ਸਿੱਖ ਰਹਿਤ ਮਰਿਆਦਾ ਦਾ ਵਰਤਮਾਨ ਰੂਪ ਖਰੜਾ ਮਾਤਰ ਨਾ ਹੋ ਕੇ ਗੁਰੂ ਪੰਥ ਵੱਲੋਂ ਪ੍ਰਮਾਣਿਤ ਵਿਧਾਨ ਹੈ, ਜੋ 12 ਅਕਤੂਬਰ 1936 ਨੂੰ ਜਥੇਦਾਰ ਅਕਾਲ ਤਖਤ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਵੱਲੋਂ ਆਦੇਸ਼ ਤਹਿਤ ਲਾਗੂ ਕਰ ਦਿੱਤਾ ਗਿਆ ਸੀ। ਪ੍ਰਿੰਸੀਪਲ ਸਤਬੀਰ ਸਿੰਘ ਮੁਤਾਬਕ ਖਰੜਿਆਂ ਤੋਂ ਮਰਿਆਦਾ ਤੱਕ ਦੇ ਸਫ਼ਰ ਵਿੱਚ ਮਿਲੇ ਸੁਝਾਵਾਂ ਦੇ ਪੱਤਰ ਅਤੇ ਫਾਈਲਾਂ ਦਾ ਭਾਰ 1 ਮਣ ਤੋਂ ਵਧੇਰੇ ਹੈ। ਇਸ ਗੱਲ ਦੀ ਪੁਸ਼ਟੀ ਸਰਦਾਰ ਗੁਰਚਰਨ ਸਿੰਘ ਟੌੜਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ 1984 ਵਿੱਚ ਕਰ ਦਿੱਤੀ ਸੀ। ਜਿਹੜੀਆਂ ਸੰਪਰਦਾਵਾਂ ਵੱਖਰੀਆਂ ਮਰਿਆਦਾਵਾਂ ਲਾਗੂ ਕਰ ਰਹੀਆਂ ਹਨ, ਉਹਨਾਂ ਨੇ ਕਿਹੜੇ ਖਰੜੇ ਅਮਲ ਵਿੱਚ ਲਿਆਂਦੇ ਹਨ ਅਤੇ ਉਹਨਾਂ ਨੂੰ ਇਹ ਖਰੜੇ ਬਣਾਉਣ ਦਾ ਅਧਿਕਾਰ ਕਿਸਨੇ ਦਿੱਤਾ ਹੈ? ਉਹਨਾਂ ਦੀਆਂ ਭਿੰਨ-ਭਿੰਨ ਮਰਿਆਦਾਵਾਂ ਨੂੰ ਪ੍ਰਵਾਨਗੀ ਕਿਸਨੇ ਦਿੱਤੀ ਹੈ? ਸਿੱਖ ਸੰਗਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਵਕਤ ਰਹਿੰਦੇ ਇਹ ਮਰਿਆਦਾ ਦਾ ਸਤਿਕਾਰ ਨਾ ਕੀਤਾ ਤਾਂ ਇਸ ਤੇ ਭਾਂਤ-ਭਾਂਤ ਦੇ ਨਿਯਮ ਬਣਾ ਕੇ, ਮੈਂ ਰਿਪੀਟ ਕਰ ਰਿਹਾ ਜੀ, ਇਸ ਤੇ ਭਾਂਤ-ਭਾਂਤ ਦੇ ਨਿਯਮ ਬਣਾ ਕੇ ਵੱਖ-ਵੱਖ ਸੰਪਰਦਾਵਾਂ ਕੌਮ ਨੂੰ ਵੰਡੀਆਂ ਪਾਉਣ ਦੇ ਯਤਨ ਕਰਦੇ ਰਹਿਣ। ਸੋ ਸਵਾਲ ਦਾ ਜਵਾਬ ਇਹੀ ਹੈ ਜੀ ਕਿ 12 ਅਕਤੂਬਰ 1936 ਨੂੰ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦਾ ਮਹੱਤਵਪੂਰਨ ਦਸਤਾਵੇਜ਼ ਪੰਥ ਦੀਆਂ ਰੌ ਰੀਤਾਂ ਕੋਡ ਆਫ ਕੰਡਕਟ ਲਾਗੂ ਕਰਕੇ ਪੰਥਕ ਏਕਤਾ ਦਾ ਮਹੱਤਵਪੂਰਨ ਮਾਰਗਦਰਸ਼ਨ ਦੇ ਤੌਰ ਤੇ ਉਪਲਬਧ ਹੋਇਆ। ਇਸ ਬਖਸ਼ਿਸ਼ ਦਾ ਸਤਿਕਾਰ ਕਰੀਏ। ਖੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਡਾਕਟਰ ਸਾਹਿਬ, ਆਪ ਜੀ ਨੇ ਪੂਰੇ ਫੈਕਟਸ ਦੇ ਨਾਲ ਸਾਨੂੰ ਇਸ ਗੱਲ ਨੂੰ ਕਲੀਅਰ ਕੀਤਾ ਹੈ। ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ, ਅਸੀਂ ਤਾਂ ਬਾਰ-ਬਾਰ ਬੇਨਤੀ ਕਰਦੇ ਹਾਂ ਕਿ ਜਿੰਨਾ ਚਿਰ ਸਾਡਾ ਇੱਕ ਵਿਧਾਨ, ਇੱਕ ਨਿਸ਼ਾਨ ਨਹੀਂ ਹੈ, ਕੌਮ ਇੱਕ ਮੁੱਠ ਨਹੀਂ ਹੋ ਸਕਦੀ। ਤੋ ਸਾਡੇ ਹਰੇਕ ਪ੍ਰਾਣੀ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਸਿੱਖ ਰਹਿਤ ਮਰਿਆਦਾ ਨੂੰ ਆਪ ਮੰਨੀਏ। ਜਿਹੜੀਆਂ ਉਹਦੇ ਵਿੱਚ ਮੱਦਾਂ ਦਿੱਤੀਆਂ ਨੇ ਸਾਡੇ ਆਮ ਜੀਵਨ ਨਾਲ ਜੋ ਸੰਬੰਧਿਤ ਨੇ, ਉਹਨਾਂ ਨੂੰ ਆਪਣੇ ਆਪ ਤੇ ਲਾਗੂ ਕਰੀਏ ਤੇ ਆਪਣੇ ਬਾਕੀ ਸਮਾਜ ਵਿੱਚ ਉਹਨੂੰ ਲਾਗੂ ਕਰਾਈਏ। ਇਹ ਜੋ ਕੁਝ ਸ਼ਕਤੀਆਂ ਨੇ, ਮੇਰੇ ਕਹਿਣ ਤੋਂ ਭਾਵੇਂ ਡੇਰਾਵਾਦ ਵਗੈਰਾ,
ਉਹ ਆਪੋ ਆਪਣੀ ਮਰਿਆਦਾ ਚਲਾਉਂਦੇ ਨੇ। ਪਰ ਸਭ ਤੋਂ ਜ਼ਿਆਦਾ ਜਿਹੜੀ ਗੱਲ ਔਖਿਆਈ ਦੀ ਸਾਨੂੰ ਲੱਗਦੀ ਉਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਤੇ ਕੋਈ ਕਿਸੇ ਕਿਸਮ ਦਾ ਕੋਈ ਐਕਸ਼ਨ ਨਹੀਂ ਲਿਆ ਜਾਂਦਾ, ਉਹਨਾਂ ਨੂੰ ਕਿਹਾ ਨਹੀਂ ਜਾਂਦਾ, ਸਮਝਾਇਆ ਨਹੀਂ ਜਾਂਦਾ। ਔਰ ਉਸ ਤੋਂ ਵੀ ਜ਼ਿਆਦਾ ਗੱਲ ਇਹ ਬਣਦੀ ਜਿਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੋਰ ਉਸ ਅਹੁਦੇ ਦੇ ਬੰਦੇ ਉਹਨਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਤੇ ਉਹਨਾਂ ਦੀ ਸ਼ਲਾਘਾ ਕਰਦੇ ਨੇ ਵੀ ਸਿੱਖ ਪੰਥ ਦੀ ਬਹੁਤ ਸੇਵਾ ਕਰ ਰਹੇ ਨੇ, ਪਰੰਤੂ ਜਿਹੜੀ ਗੱਲ ਮਰਿਆਦਾ ਤੋਂ ਉਲਟ ਜਾ ਰਹੀ ਹੈ ਉਹਦਾ ਕੀ ਕਰਾਂਗੇ। ਸੋ ਇਸ ਕਰਕੇ ਸਾਨੂੰ ਇਧਰ ਧਿਆਨ ਦੇਣ ਦੀ ਲੋੜ ਹੈ। ਸਤਿਗੁਰੂ ਕਿਰਪਾ ਕਰਨ, ਅਸੀਂ ਸਾਰੇ ਸਿੱਖ ਕੌਮ ਜਿਹੜੀ ਹੈ ਉਹ ਇੱਕ ਮਰਿਆਦਾ ਨੂੰ ਮੰਨਣ ਵਾਲੇ ਹੋਈਏ, ਇੱਕ ਨਿਸ਼ਾਨ ਨੂੰ ਮੰਨਣ ਵਾਲੇ ਹੋਈਏ, ਤਾਂ ਹੀ ਕੌਮ ਇੱਕ ਮੁੱਠ ਰੱਖ ਸਕੇਗੀ। तो फिर धन्यवाद है आप जी का डॉक्टर साहब। तो संगत जी अगला ਜਿਹੜਾ सवाल है ਉਹ ਗੁਰਬਾਣੀ ਦੀ ਤੁਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1374 ਤੇ कबीर राम कहन में भेद है ता मैं एक विचार सोई राम सबे कहन सोई कौतक हार। तो सवाल करता ने ਇਹਦਾ ਭਾਵ ਪੁੱਛਿਆ ਤੇ ਭਾਵ ਦੱਸਣਗੇ ਵੀਰ ਤੇਜਿੰਦਰ ਸਿੰਘ। ਹਾਂਜੀ ਸਾਹਿਬ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਵਾਲ ਵੀਰ ਜੀ ਨੇ ਪੜ੍ਹ ਕੇ ਆਪ ਜੀ ਨੂੰ ਸੁਣਾਇਆ ਹੈ ਇਹ ਕਈ ਵਾਰੀ ਸਾਡੇ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਕਿ ਮੈਂ ਇਹਦੀ ਆਪ ਜੀ ਦੇ ਨਾਲ ਗੱਲ ਕਰਾਂ, ਮੈਨੂੰ ਯਾਦ ਹੈ ਕਿ ਸਾਡੇ ਜਿਹੜੇ ਇੱਕ ਰਾਜਸੀ ਸਾਡਾ ਦਲ ਹੈ, ਕੇਂਦਰੀ ਰਾਜਸੀ ਦਲ, ਉਸ ਦੇ ਕਾਫੀ ਉੱਚੇ ਅਹੁਦੇਦਾਰ ਦਿੱਲੀ ਤੋਂ ਹਨ। ਉਹ ਇੱਕ ਵਾਰ ਯੂਪੀ ਦੇ ਅੰਦਰ ਕਿਸੇ ਜਗ੍ਹਾ ਦੇ ਉੱਪਰ ਕੋਈ RSS ਦਾ ਇੱਕ ਬੜਾ ਵੱਡਾ ਸਮਾਗਮ ਹੋ ਰਿਹਾ ਸੀ ਤੇ ਉਹਦੇ ਤੇ ਉਹਨਾਂ ਨੇ ਜਾ ਕਰਕੇ ਭਾਸ਼ਣ ਦਿੱਤਾ ਕਿ ਮੈਨੂੰ ਅਕਾਲੀ ਦਲ ਵੱਲੋਂ ਜਿਹੜੇ ਉਹਦੇ ਸਿਰਮੌਰ ਹਨ, ਪ੍ਰਧਾਨ ਹਨ, ਉਹਨਾਂ ਵੱਲੋਂ ਮੈਨੂੰ ਆਦੇਸ਼ ਹੋਇਆ ਹੈ ਤੇ ਮੈਂ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ। ਤੇ ਉਹਨੇ ਸ਼ੁਰੂਆਤ ਇੱਥੋਂ ਕੀਤੀ ਵੀ ਸਾਡੀ ਕਿੰਨੀ ਸਾਂਝ ਹੈ ਕਿ ਰਾਮ ਜਿਹੜਾ ਲਫ਼ਜ਼ ਹੈ ਉਹ ਐਨੇ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, कृष्ण एनी बारी आया है, शिव एनी बारी आया है। तो वो सारी डिटेल बोल करके उन्होंने उत्थे ये सिद्ध करना किया कि जिहड़े सिख और हिंदू दे विच कोई फर्क नहीं है। तो ये गाए बगाए आम भी संगतां दे विच जदों किते कोई गुरबाणी की गल हुंदी है तो ये सवाल आम खड़े हो जाते हैं कि जिहड़ा लफ्ज राम और कृष्ण आदि गुरु ग्रंथ साहिब दे विच हन। वैसे तो गुरु ग्रंथ साहिब के अंदर कई होर लफ्ज जिन्हें राम है, रहीम है, अल्लाह है, जिहड़ी है वो इहो जिहे लफ्ज जिहड़े हैं वो वरते जाते हैं परायवाची शब्द अकाल पुरख वास्ते। लेकिन जदों राम की गल आती है तो वो फिर पुछते हैं कि ये राम जिहड़ा लफ्ज है ये गुरु ग्रंथ साहिब विच आया है तो ये किहड़े राम दे लखायक है, क्योंकि दो तरीके दे जिहड़े लफ्ज आते हैं राम दे अर्थ, जिवें बाकी दे अर्थ जिहड़े हैं वो दूसरे मतां वाले अपने वाल खिंचते हैं तो ये सिद्ध करते हैं कि गुरु ग्रंथ साहिब विच साडे जिहड़े देवी देवते हैं उन्हां दा भी जिक्र है। तो यह कबीर साहब के जिहड़े श्लोक हैं वो पन्ना नंबर 1374 के उपर अंकित हैं। 190 नंबर श्लोक है जिसकी गल जिहड़ी आप जी नाल करनी है। तो कबीर राम कहन में भेद है ता मैं एक विचार सोई राम सबै कहें सोई कौतकार। तो इत्थे कबीर साहब ने जिहड़ी सानू गल समझाई है वो है कि हे कबीर, संबोधन करके जनेऊ दे के ब्राह्मण राम की पूजा पाठ का उपदेश भी करता है, पर राम राम आखन विच भी फर्क पै जाता है। इस विच भी एक गल समझण वाली है। तो यह समझण वाली जिहड़ी गल है ना वो ही शायद जिहड़े सवालकर्ता ने यह सवाल पाया है उन्हां दा भी मकसद यही है कि समझा जाए कि वो की समझण वाली गल है ते राम कहन विच भेद की है। तो अगली पंक्ति जिहड़ी है उसका जवाब देंदी है कि सोई राम सबै कहे सोई कौतकार। एक ते राम जिहड़ा है परमात्मा जिहड़ा सारिਆਂ विच रमंती राम है, सारिਆਂ दे विच वो बस रहा है। सबे घट राम बोले, रामा बोले, राम बिना को बोले रहे, कि साडे अंदर राम ही बोल रहा, साडे अंदर भी राम वसिया है। ते वो परमात्मा सर्वव्यापी है जिहदे गुण अकाल पुरख तो एक ओंकार तो ला करके जिहड़े सानू दसे हैं 8 जिहड़े परमात्मा दे अकाल पुरख दे गुरु नानक पातशाह ने सानू समझाए हैं। तो वो राम जिहड़ा है वो उहदा पर्यायवाची शब्द है।
तो एक राम ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ। ਭਾਵ ਉਹ ਕਿਸੇ ਵੀ ਮਜ਼ਹਬ ਦੇ ਵਿੱਚ ਹੋਵੇ, ਲੇਕਿਨ ਜਿਸ ਵੇਲੇ ਉਹ ਭਾਵਨਾ ਆਪਣੀ ਪ੍ਰਗਟ ਕਰਦਾ ਹੈ ਤਾਂ ਉਹਦੀ ਭਾਵਨਾ ਜਿਹੜੀ ਹੈ ਉਹ ਅਕਾਲ ਪੁਰਖ ਦੇ ਭਾਵੇਂ ਕੋਈ ਵੀ ਨਾਮ ਉਹਦੇ ਵਿੱਚ ਵਰਤਿਆ ਜਾਏ। ਲੇਕਿਨ ਕਈ ਕੌਤਕ ਕਰਨ ਵਾਲੇ ਇੱਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ। ਇੱਕ ਹੈ ਸਰਵ ਵਿਆਪਕ ਰਾਮ, ਜਿਸ ਦਾ ਸਿਮਰਨ ਕਰਨਾ ਮਨੁੱਖ ਮਾਤਰ ਦਾ ਫਰਜ਼ ਹੈ ਕਿ ਅਕਾਲ ਪੁਰਖ ਦਾ ਸਾਰੇ ਉਸ ਨਾਲ ਜੁੜਨ, ਉਹਦਾ ਸਿਮਰਨ ਕਰਨ, ਮਨ ਦੇ ਵਿੱਚ ਉਹਦੀ ਯਾਦ ਨੂੰ ਰੱਖਣ ਔਰ ਉਸ ਦੇ ਨਾਲ ਜੁੜ ਕੇ ਜਿਹੜੀ ਆਪਣੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਧਾਰਨ ਕਰਕੇ ਪਰਮਾਤਮਾ ਦੇ ਨਾਲ ਇੱਕਮਿਕ ਹੋਣ ਦੀ ਗੱਲ ਕਰਨ। ਪਰ ਇਹੀ ਰਾਮ ਦਾ ਨਾਮ, ਇੱਕ ਤੇ ਰਾਮ ਦਾ ਨਾਮ ਜਿਹੜੇ ਅਸਲੀ ਭਗਤ ਹਨ ਉਹ ਕਰਦੇ ਹਨ, ਮਨ ਵਿੱਚ ਵਸਾਉਂਦੇ ਹਨ, ਪਰ ਕੁਝ ਹਨ ਰਾਮ ਦੇ ਰਾਸ ਧਾਰੀਏ ਜਿਹੜੀ ਕਿ ਰਾਸ ਸਾਹ ਪਾਉਂਦੇ ਹਨ। ਜਿਵੇਂ ਆਸਾ ਕੀ ਵਾਰ ਦੇ ਅੰਦਰ ਵੀ ਸਾਨੂੰ ਦੱਸਿਆ ਹੈ, ਗਾਵਨ ਗੋਪੀਆਂ ਗਾਵਨ ਕਾਣ, ਗਾਵਨ ਸੀਤਾ ਰਾਜੇ ਰਾਮ, ਉੱਡ ਉੱਡ ਰਾਵਾ ਝਾਟੇ ਪਾਏ, ਵੇਖੇ ਲੋਕ ਹੱਸੇ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜਿਆ ਧਰਤੀ ਨਾਲ। ਤੋ ਉਹ ਇੱਕ ਰਾਸ ਪਾ ਕਰਕੇ ਉਹ ਵੀ ਰਾਮ ਦਾ ਨਾਮ ਲੈਂਦੇ ਹਨ, ਲੇਕਿਨ ਉਹਨਾਂ ਦੇ ਅੰਦਰ ਜਿਹੜਾ ਰਾਮ ਹੈ ਉਹ ਸਰਵ ਵਿਆਪੀ ਪ੍ਰਮਾਤਮਾ ਦੀ ਗੱਲ ਨਹੀਂ ਹੈ। ਉਹ ਰਾਮ ਰਾਸ ਧਾਰੀ ਹੈ, ਉਹ ਰਾਮ ਦੇ ਜਿਹੜੀ ਹੈ ਜੀਵਨ ਚਰਿੱਤਰ ਤੋਂ ਲੈਂਦੇ ਨੇ ਗੱਲ। ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸ਼ਰਥ ਦਾ ਪੁੱਤਰ ਹੈ। ਇਹੀ ਮੂਰਤੀ ਪੂਜਾ ਜਿਹੜੀ ਹੈ ਉਹ ਕਰਦੇ ਹਨ। ਇਸ ਤਰ੍ਹਾਂ ਰਾਮ ਦਾ ਨਾਮ ਲੈਣਾ ਉਹ ਵਿਅਰਥ ਹੈ। ਕਬੀਰ ਸਾਹਿਬ ਜੀ ਆਪਣੇ ਸ਼ਲੋਕਾਂ ਅੰਦਰ ਅਗਲੇ ਵਿੱਚ 191 ਵਿੱਚ ਕਹਿੰਦੇ ਹਨ, ਕਬੀਰ ਰਾਮੈ ਰਾਮ ਕਹੋ ਕਿ ਹੈ ਕਬੀਰ ਸਦਾ ਰਾਮ ਦਾ ਨਾਮ ਜਪ, ਪਰ ਜਪਨ ਵੇਲੇ ਇਹ ਗੱਲ ਚੇਤੇ ਰੱਖਣੀ ਹੈ ਕਹਿ ਮੈਂ ਵਿਵੇਕ। ਭਾਵ ਜਪਨ ਲੱਗਿਆ ਇਹ ਧਿਆਨ ਰੱਖਣਾ ਹੈ ਕਿ ਕਿਤੇ ਤੁਹਾਡਾ ਧਿਆਨ ਦਸ਼ਰਥ ਦੇ ਪੁੱਤਰ ਰਾਮਚੰਦਰ ਵੱਲ ਤੇ ਨਹੀਂ ਜਾ ਰਿਹਾ, ਕਿਤੇ ਤ੍ਰੇਤਾ ਯੁੱਗ ਦੇ ਜਿਹੜਾ ਅਵਤਾਰ ਹੈ ਉਹਦੇ ਵੱਲ ਤਾਂ ਨਹੀਂ ਜਾ ਰਿਹਾ। ਤੇ ਜੇ ਉਸ ਪਾਸੇ ਵੱਲ ਜਾਏਗਾ ਤਾਂ ਫਿਰ ਤੁਹਾਡਾ ਜਿਹੜਾ ਸਿਮਰਨ ਅਕਾਲ ਪੁਰਖ ਦਾ ਉਹ ਨਹੀਂ ਹੋਏਗਾ। ਏਕ ਅਨੇਕੇ ਮਿਲ ਗਿਆ, ਏਕ ਸਮਾਨਾ ਏਕ। तो होर कबीर साहब अगे समझाते हैं कि एक अनेक के मिल गया, एक समाना एक, कि एक राम तो अनेकों जीवां विच व्यापक है, जिसका नाम जपना हरेक मनुख का धर्म है। पर एक राम दशरथ का पुत्र सिर्फ एक शरीर विच ही आया, अवतार बनया, इसका जाप कोई गुण नहीं कर सकता। तो इसलिए ये गल सानू समझाई है कि परमात्मा का नाम जिस राम नू गुरु ग्रंथ साहब दे विच ये लफ्ज आया है, 2137 वारी राम लफ्ज जड़ा है वो गुरु ग्रंथ साहब दे विच आया है। तो वो अनेका पंक्तियां दे अंदर बहुत ही बारी जड़ा राम लफ्ज वरत्या है वो परमात्मा का पर्यायवाची शब्द वरत्या गया। तो उस राम की होर भी उस्तत गुरु ग्रंथ साहब विच दसी गई है, जिहड़ी सानू स्पष्ट करती है कि गुरु ग्रंथ साहब भी जड़े राम आए ने उहदा मतलब की है कि राम सभ्य गढ़ राम बोले, रामा बोले, राम बिना को बोले रहे। तो हे भाई सारे कटा शरीर भी परमात्मा बोलता है, परमात्मा ही बोलता है, परमात्मा तो बिना होर कोई नहीं बोलता। भाव जिहड़ा साडे सारिਆਂ ਦੇ अंदर वसिया आया वो ही राम है जिहदा जिक्र गुरु ग्रंथ साहब विच है। अगे होर सानू समझाते ने गुरु तेग बहादुर साहब जी ने 1429 अंक के उपर सानू समझाया है, श्लोक 12 के वधीक विच, राम नाम उर मैं गयो जाके सम नहीं कोई, कि जिस राम की असी गल कर रहे हैं ओदी बराबरी कोई भी अवतार त्रेते दा या कोई होर नहीं कर सकता। हे प्रभु जिस मनुख ने तेरा वो नाम अपने हृदय च वसाया है, जिस दे बराबर होर कोई नहीं है, भाव राम दे बराबर होर कोई नहीं। जै सिमरत संकट मिटा दरस तुहारो होए, अते जिस नूं सिमरिया हरेक दुख कलेश दूर हो जाते हैं, उस मनुख नूं तेरा दर्शन भी हो जाता है। तो अगों ये गल सानू होर समझाते हैं कि जिथे कई बारी राजा राम लफ्ज आ जाता है, यह भी कन्फ्यूजन होता है गुरु ग्रंथ साहब के अंदर। तो ये एक पंक्ति है सुही महला पंजवा पंजे पातशाह का 743 अंक के उपर 42 अंक के उपर है कि सेवक संत राजा राम मुरारी। तो जिथे राजा राम की गल आउंदी है उत्थे भी ये गल स्पष्ट की है कि हे प्रभु पातशाह, हे मुरारी, जिन्हां दी संगत भी तेरा नाम प्राप्त होता है। तो डॉक्टर साहब सिंह जी ने जिथे राजा राम के अर्थ किए हैं वो किए हैं हे प्रभु पातशाह, ये त्रेते वाले राम का जिक्र नहीं किया उन्होंने। तो रामकली महला पंजवा विच भी गुरु ग्रंथ साहब विच 899 अंक के उपर सतगुरु जी ने फरमान है, राजा राम की सरनाए, कि हे भाई जड़े मनुख प्रकाश रूप परमात्मा का
ਆਸਰਾ ਲੈਂਦੇ ਹਨ। तो राजा राम जिथे आया उत्थे प्रकाश रूप परमात्मा की गल है, ना कि किसी त्रेते दे दशरथ दे पुत्र राम की गल है। निरभो पए गोबिंद गुण गावत, साध संग दुख जाए। फिर एक गल जिहड़ी है वो प्रमाण गुरु ग्रंथ साहिब विच होर हुंदा है, वो है 1008 पन्ने के उपर मालू भरा नामा। पंचाली को राज सभा में राम नाम सुध आई। दुर्योधन के राज दरबार भी द्रौपदी ने भी परमात्मा के नाम का ध्यान धरिया सी। इत्थे ध्यान देने की लोड़ है कि पंचाली द्रौपदी जिहड़ी है वो महाभारत के समय के अंदर हुई है, और वो कोई मतलब द्वापर दे विच हुई है, त्रेते विच नहीं हुई। पर वो भी राम दे नाम की गल कर रही है, ते उस वेले तां कृष्ण सीगे, तो वो किस राम की गल कर रही है? वो रमंती राम की गल कर रही है। पंचाल देश की राजकुमारी द्रौपदी राज सभा विच दुर्योधन के दरबार विच उन्होंने परमात्मा का नाम ध्यान आया, ना कि त्रेता दे किसी राम अवतार का जड़ा है। ताको दुख हरिया करना मैं अपनी प्याज बढ़ाई, ते तरस स्वरूप परमात्मा ने राम ने उसका दुख दूर किया, ते इस तरह अपना नामना ਵਧਾਇਆ। फिर और मारू राग के अंदर नामदेव जी का एक शब्द है, राजा राम जपत को न तरियो। प्रकाश रूप परमात्मा, इत्थे राजा राम के मतलब प्रकाश रूप परमात्मा कीते ने, ना कि त्रेते दे अवतार दे। प्रकाश रूप परमात्मा का नाम सिमर के बेअंत जीव तर रहे हैं। गुरु उपदेश साध की संगत भगत भगत जाको नाम भरियो। तो इत्थे भी यह गल स्पष्ट हो गई कि जिथे लफ्ज राजा राम आया उत्थे भी प्रकाश रूप परमात्मा की एक गल की गई है। कलयुग में राम नाम उरधार भैरो महला तीजा 1129 अंक के उपर इस विकारां भरे जगत विच विकारां तो बचन लई परमात्मा का नाम जिन्हों इत्थे राम कहा गया है अपने हृदय विच इसनूं वसा रखना है। फिर असी जिथे राम की गल कर रहे हैं उत्थे जिथे रामचंद्र की मूर्ति की गल हुंदी है उस वेले जो कंपैरेटिव गल हुंदी है तो असी कहने हिंदू राम नाम उच जोगी गोरख गोरख करें, हिंदू राम नाम उचरें, मुसलमान का एक खुदाए, कबीर का स्वामी रहा समाए। भाव जिथे सनातन धर्म के नाल जिहड़ी गल है उत्थे पूजन की गल है, उत्थे राजा राम जब आएगा तो वह मतलब जिहड़ा है वो मूर्ति की कृष्ण रामचंद्र जी की मूर्ति की गल है। तो फिर सानू सहस्कृति श्लोकों के अंदर भी 1357 अंक ते क्या है मंत्र राम राम नामं ध्यानं सर्वत्र पूर्ण ज्ञानं सम दुख सुखं जुगत निर्मल निर्वैर ने। परमात्मा का नाम जीव नाल जपना अते उसनू सर्व व्यापक जान के उस भी सूरत जोड़नी। भाव इत्थे सर्व व्यापक राम की जिहड़ी है वो गल हो रही है। तो एक वार 33वीं पौड़ी दूसरी के अंदर भाई गुरदास जी ने भी रखा है कि हिंदू आखन राम राम मुसलमाना नाम खुदाए, हिंदू पूर्व सोहया पश्चिम मुसलमान निवाए। हिंदू राम राम आखन लगे, मुसलमान खुदाए का नाम लैन लगे, ते हिंदू सामने पूरब वाल खड़ो के संध्या बचन कर लगे, ते मुसलमान पश्चिम वाल नूं करन लगे। तो इस तरह एक शब्द अखीर ते मैं आप जी नाल साझा करना चाहना, और भगत नामदेव जी का है कि मने न कीजै रोस, जमे न दीजै दोष, निर्मल निर्वाण पद चीन लीजै, जसत राय नंद राजा मेरा रामचंद, 93 नामा तत् रस अमृत पीजै। तो ये रामकली दे अंदर नामदेव जी का शब्द है 973 अंक के उपर। तो इत्थे बड़ी स्पष्ट गल जिहड़ी है वो नामदेव जी ने की है कि नामदेव बेनती करता है कि सब रसां का मूल रस नाम अमृत ही पीना चाहिए है। ये नाम अमृत ही मेरा नामदेव दा राजा रामचंद्र है, जो राजा दशरथ दा पुत्र दस्या जाता है। भाव मेरे वास्ते जो नाम है परमात्मा दा वो ही मेरे वास्ते मुक्ति का दाता है। मैनू किसी त्रेते दे अवतार दा जड़ा है वो नाम सिमरन करन दी लोड़ नहीं है। तो आस है जिन्होंने वीरां ने सवाल पूछा हैगा उन्होंने इसका जवाब मिल गया होगा। तो जिथे राम के बारे त्रेते युग की गल है उत्थे भी है राम झूरे दल मेलवै, अंतर बल अधिकार, बंतर की सेना सेविए, मन तन जूझ अपार, सीता लै गयो दशरथो दहसरो, लक्ष्मण मोयो सराप। तो इत्थे नानक करता करनहार कर वेखे थाप उथाप। तो उत्थे जिथे त्रेते दे राम की गल है उत्थे नाल रेफरेंस होएगा कि किस कंटैक्स्ट के अंदर
ਕਿਹੜੇ ਰਾਮ ਦੀ ਗੱਲ ਕਰ ਰਹੇ, ਸੀਤਾ ਵਾਲੇ ਰਾਮ ਦੀ, ਲਛਮਣ ਵਾਲੇ ਰਾਮ ਦੀ, ਔਰ ਜਿਹਦਾ ਰਾਮ ਦੇ ਨਾਲ ਯੁੱਧ ਹੋਇਆ ਸੀਗਾ ਉਹਦੇ ਕੰਪੈਰੀਜ਼ਨ ਦੇ ਅੰਦਰ ਗੱਲ ਕੀਤੀ ਹੈ। ਤੋ ਇੰਨੇ ਵਿਚਾਰ ਪ੍ਰਵਾਨ ਕਰਨਾ ਹੋਈਆਂ ਵਿਚਾਰਾਂ ਵਿੱਚ ਭੁੱਲਾਂ ਦੀ ਖਾਵਾ ਮੰਗਦਾ ਹਾਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਕੀ ਫਤਿਹ। ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਸਾਰੇ ਹਵਾਲੇ ਦੇ ਕੇ ਵੀਰ ਤੇਜਿੰਦਰ ਸਿੰਘ ਜੀ ਨੇ ਇਸ ਗੱਲ ਨੂੰ ਬੜਾ ਹੀ ਸਪਸ਼ਟ ਕੀਤਾ ਤੇ ਕੋਈ ਇਹਦੇ 'ਚ ਸ਼ੱਕ ਸ਼ੁਬਾ ਨਹੀਂ ਹੈ। ਤੋ ਖੈਰ, ਜਿਸ ਵੇਲੇ ਗੁਰਬਾਣੀ ਕਰਤਾ ਗੁਰਬਾਣੀ ਰਚਦੇ ਨੇ ਤਾਂ ਉਹਨਾਂ ਨੇ ਆਮ ਲੋਕਾਈ ਨੂੰ ਸਮਝਾਉਣ ਲਈ ਜਿਹੜੀਆਂ ਪ੍ਰਚਲਿਤ ਕੋਈ ਕਹਾਣੀਆਂ ਹੁੰਦੀਆਂ ਨੇ, ਪ੍ਰਚਲਿਤ ਕੋਈ ਐਸੇ ਪਾਤਰ ਹੁੰਦੇ ਨੇ, ਉਹਨਾਂ ਦਾ ਨਾਮ ਲਿਆ ਜਾਂਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਵਿੱਚ ਵਿਸ਼ਵਾਸ ਰੱਖਦੇ ਸੀ, ਸਿਰਫ ਸਮਝਾਉਣ ਲਈ। ਔਰ ਇਹਦੇ ਬਾਰੇ ਇੱਕ ਵਾਰੀ ਬੜੀ ਡਿਟੇਲ ਵਿੱਚ MP ਸਿੰਘ ਜੀ ਨੇ ਸਾਨੂੰ ਇੱਕ ਸ਼ਬਦ ਦੀ ਵਿਆਖਿਆ ਨਾਲ ਦੱਸਿਆ ਸੀਗਾ। ਤੋ ਖੈਰ, ਸਤਿਗੁਰੂ ਕਿਰਪਾ ਕਰਨ, ਸਮਝ ਆ ਗਈ ਆ ਵੀਰ ਜੀ ਜੋ ਤੁਸੀਂ ਦੱਸਿਆ, ਆਪ ਜੀ ਦਾ ਧੰਨਵਾਦ। ਤੋ ਸੰਗਤ ਜੀ, ਇੱਕ ਸਵਾਲ ਪੈਂਡਿੰਗ ਸੀ, ਉਹ ਅੱਜ ਮੈਂ ਉੱਪਰ ਲੈ ਰਿਹਾ ਜੀ। ਉਹ ਸਵਾਲ ਕਰਤਾ ਤੋਂ ਪੁੱਛਿਆ ਵੀ ਸਿਮਰਨ ਕਰਨ ਲੱਗਿਆ ਧਿਆਨ ਕਿਹੜੀ ਚੀਜ਼ ਤੇ ਰੱਖਣਾ, ਕਿਆ ਕਿਸੇ ਮੂਰਤੀ ਤੇ ਜਾਂ ਵਸਤੂ ਤੇ ਧਿਆਨ ਰੱਖਣਾ? ਇਹ ਸਵਾਲ ਕਰਤਾ ਨੇ ਸਵਾਲ ਕੀਤਾ। ਔਰ ਇਹ ਅਕਸਰ ਇਹ ਗੱਲਾਂ ਜਿਹੜੀਆਂ ਨੇ, ਇਹੋ ਜਿਹੇ ਖਿਆਲ ਆਉਣੇ ਜਾਂ ਇਹੋ ਜਿਹੇ ਸਵਾਲ, ਇਹ ਸਾਨੂੰ ਆਮ ਤੌਰ ਤੇ ਮਿਲਦੇ ਰਹਿੰਦੇ ਨੇ। ਲੋਕਾਂ 'ਚ ਬਹੁਤ ਸਾਰੀਆਂ ਇਹੋ ਜਿਹੀਆਂ ਭੰਬਲ ਭੂਸੇ ਨੇ। ਤਾਂ ਮੈਂ ਬੇਨਤੀ ਕਰ ਰਿਹਾ ਸਾਹਿਬ ਪ੍ਰਭੂ ਕੀਰਤਨ ਸਿੰਘ ਜੀ ਨੂੰ ਬਈ ਇਹਦੇ ਬਾਰੇ ਸਪਸ਼ਟ ਕਰ ਦਿਓ ਜੀ, ਵੀ ਸਿਮਰਨ ਕਰਨ ਲੱਗਿਆ ਸੁਰਤੀ ਨੂੰ ਕਿਸ ਜਗ੍ਹਾ ਤੇ ਟਿਕਾਉਣਾ, ਜਾਂ ਕਿਸੇ ਮੂਰਤੀ ਤੇ ਟਿਕਾਉਣਾ ਜਾਂ ਨਹੀਂ ਟਿਕਾਉਣਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਸੁਰਤੀ ਨੂੰ ਕਿਸੇ ਜਗ੍ਹਾ ਟਿਕਾਉਣਾ ਜਾਂ ਕਿਸੇ ਵਸਤੂ ਜਾਂ ਮੂਰਤ ਤੇ ਧਿਆਨ ਟਿਕਾਉਣ ਦੀ ਗੱਲ ਜਿਹੜੀ ਹੈ, ਇਹ ਉਹ ਵਿੱਚ ਯੋਗ ਮਤ ਵਿੱਚੋਂ ਆਈ ਹੈ ਜੀ। ਜਿਵੇਂ ਅਸੀਂ ਜਾਣਦੇ ਹਾਂ, ਯੋਗ ਮਤ ਦੇ 8 ਭਾਗ ਹਨ ਤੇ ਉਹਨੂੰ ਅਸ਼ਟਾਂਗ ਯੋਗ ਕਿਹਾ ਜਾਂਦਾ ਹੈ। ਅਸ਼ਟਾਂਗ ਯੋਗ ਦਾ ਮਨੋਰਥ ਜੋ ਉਹਦੇ ਵਿੱਚ ਹੀ ਡਿਫਾਈਨਡ ਹੈ, ਉਹ ਹੈ ਕਿ ਚਿੱਤ ਵ੍ਰਿਤੀਆਂ ਨੂੰ ਰੋਕ ਕੇ ਚਿੱਤ ਨੂੰ ਧਿਆਨ ਤੇ ਸਮਾਧੀ ਦੇ ਵਿੱਚ ਲਾਉਣਾ ਹੈ, ਤਾਂ ਕਿ ਉਹ ਜਿਹੜੀ ਆਪਣਾ ਪ੍ਰਕਿਰਤੀ ਨਾਲੋਂ ਜਿਹੜਾ ਪੁਰਸ਼ ਹੈ, ਭਾਵ ਕੁਦਰਤ ਨਾਲੋਂ ਆਤਮਾ ਦਾ ਜਿਹੜਾ ਆਈਸੋਲੇਸ਼ਨ ਹੈ, ਉਹ ਕੀਤੀ ਜਾ ਸਕੇ, ਜਿਹਨੂੰ ਉਹ ਕੈਵਲਿਆ ਕਹਿੰਦੇ। ਐਸਾ ਕਰਨ ਲਈ ਹਠ ਯੋਗ ਦੀਆਂ ਜੁਗਤੀਆਂ ਵਰਤੀਆਂ ਜਾਂਦੀਆਂ ਹਨ, ਕਿਉਂਕਿ ਜਿਹੜੇ ਅਸ਼ਟਾਂਗ ਯੋਗ ਦੇ 8 ਭਾਗ ਹਨ, ਉਹ ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਹਾਰ, ਇਹ ਸਾਰੇ ਪ੍ਰੈਪਰੇਟਰੀ ਫੇਜ਼ਸ ਗਿਣੇ ਜਾਂਦੇ ਹਨ। ਤੇ ਧਾਰਨਾ, ਧਿਆਨ ਤੇ ਸਮਾਧੀ, ਇਹ ਅੰਤਮ ਫੇਜ਼ ਹੈ, ਜਿਹਦੇ ਚੋਂ ਸਮਾਧੀ ਉਹਦਾ ਅੰਤਮ ਫੇਜ਼ ਹੈ, ਭਾਵ ਟਾਰਗੇਟ ਹੈ। ਤੋ ਜਦੋਂ ਯੋਗੀ ਇਹਨਾਂ ਸਾਰੀਆਂ ਜੁਗਤਾਂ ਦੇ ਵਿੱਚੋਂ ਹੁੰਦਾ ਹੋਇਆ ਧਿਆਨ ਤੱਕ ਪਹੁੰਚਦਾ ਹੈ, ਤਾਂ ਇੱਥੇ ਵੀ ਉਸਦਾ ਢੰਗ ਜਿਹੜਾ ਮਨ ਬਿਰਤੀਆਂ ਨੂੰ ਦਬਾ ਕੇ ਕੁਝ ਖਾਸ ਜੁਗਤਾਂ ਨਾਲ ਮਨ ਨੂੰ ਕੇਵਲ ਇੱਕ ਚੀਜ਼ ਵੱਲ ਹੀ ਟਿਕਾਉਣਾ, ਗਿਝਾਉਣਾ ਸਿਖਾਉਣ ਦੀ ਜਿਹੜਾ ਮਕਸਦ ਹੁੰਦਾ। ਸੋ ਧਾਰਨਾ ਤੇ ਧਿਆਨ ਦੀਆਂ ਜੁਗਤੀਆਂ ਜਿਹੜੀਆਂ ਹਨ, ਇਸ ਕੰਮ ਲਈ ਵਰਤੀਆਂ ਜਾਂਦੀਆਂ ਹਨ ਕਿ ਕਿਵੇਂ ਮਨ ਨੂੰ ਇਹ ਆਦਤ ਪਾਣੀ ਹੈ ਕਿ ਇੱਕ ਜਗ੍ਹਾ ਦੇ ਉੱਤੇ ਉਹ ਆਪਣੇ ਆਪ ਨੂੰ ਟਿਕਾ ਕੇ ਫੋਕਸ ਕਰ ਸਕੇ। ਸੋ ਮਨ ਦੇ ਵਿੱਚ ਜਿਹੜੀ ਵਿਚਾਰਾਂ ਨੂੰ ਦਬਾ ਕੇ ਇੱਕ ਪਾਸੇ ਵੱਲ ਗਿਜਾਉਣ ਲਈ ਤਰਾਟਕ ਦੀ ਜੁਗਤ ਉਹ ਕਹਿੰਦੇ ਹਨ, ਉਹ ਵਰਤੀ ਜਾਂਦੀ ਹੈ। ਇਹਦੇ ਕਈ ਪ੍ਰਕਾਰ ਹਨ। ਮੈਂ ਕੁਝ ਕੁ ਦਾ ਆਪ ਜੀ ਦੇ ਸਾਹਮਣੇ ਜ਼ਿਕਰ ਕਰ ਰਿਹਾ ਹਾਂ ਕਿ ਜਿਵੇਂ ਕੋਈ ਇੱਕ ਬਿੰਦੂ ਦਾ ਨਿਸ਼ਾਨ ਪਾ ਕੇ, ਇੱਕ ਪੁਆਇੰਟ ਬਣਾ ਕੇ ਉਹਦੇ ਵੱਲ ਕਈ ਘੰਟੇ ਬਿਨਾਂ ਨਜ਼ਰ ਹਿਲਾਏ ਦੇਖੀ ਜਾਣਾ। ਜਿਵੇਂ ਦੀਵਾਰ ਤੇ ਇੱਕ ਬਿੰਦੂ ਬਣਾ ਕੇ ਉਹਦੇ ਸਾਹਮਣੇ ਬਹਿ ਜਾਣਾ ਤੇ ਕਈ ਘੰਟੇ ਬਿਨਾਂ ਅੱਖ ਝਮਕੇ ਉਹਦੇ ਵੱਲ ਦੇਖਣਾ, ਤਾਂ ਕਿ ਮਨ ਨੂੰ ਆਦਤ ਪੈ ਜਾਏ ਕਿ ਇੱਕ ਜਗ੍ਹਾ ਤੇ ਫੋਕਸ ਕਿੱਦਾਂ ਕਰਨਾ ਹੈ। ਇਸੇ ਤਰ੍ਹਾਂ ਇੱਕ ਜੋਤ ਜਗਾ ਕੇ, ਦੀਵਾ ਜਗਾ ਕੇ ਉਹਦੀ ਜੋਤ ਵੱਲ ਦੇਖੀ ਜਾਣਾ, ਤੇ ਉਦੋਂ ਤੱਕ ਦੇਖੀ ਜਾਣਾ ਜਦ ਤੱਕ ਦੀਵੇ ਦਾ ਤੇਲ ਖਤਮ ਹੋ ਗਿਆ ਤੇ ਲਾਟ ਬੁਝ ਨਹੀਂ ਜਾਂਦੀ। ਫਿਰ ਇੱਕ ਮੂਰਤ ਬਣਾ ਕੇ ਸਾਹਮਣੇ ਰੱਖ ਲੈਣੀ, ਜਾਂ ਮੂਰਤ ਕੋਈ ਛਪੀ ਹੋਈ ਜਾਂ ਮੂਰਤੀ ਛੋਟੀ ਜਿਹੀ ਲਾ ਕੇ ਉਹਦੇ ਤੇ ਨਜ਼ਰ ਟਿਕਾ ਕੇ ਰੱਖਣੀ, ਜਿਹੜੀ ਆਮ ਤੌਰ ਦੇ ਉੱਤੇ ਜੋ ਇਹ ਸਾਧਨਾ ਕਰਨ ਵਾਲੇ ਦੇ ਆਪਣੇ ਇਸ਼ਟ ਦੇਵ ਦੀ ਮੂਰਤ ਹੁੰਦੀ ਆ, ਉਹਦੇ ਉੱਤੇ ਨਜ਼ਰ ਟਿਕਾ ਕੇ ਰੱਖਣੀ। ਫਿਰ ਇੱਥੇ ਭਰਵਟਿਆਂ ਦੇ ਵਿਚਕਾਰ ਨਜ਼ਰ ਨੂੰ ਟਿਕਾਉਣ ਦਾ ਯਤਨ ਕਰਨਾ, ਅੱਖਾਂ ਬੰਦ ਕਰਕੇ ਅੰਦਰੋਂ ਅੰਦਰ ਉੱਧਰ ਕੌਨਸੈਂਟਰੇਟ ਕਰਨ ਦੀ ਕੋਸ਼ਿਸ਼ ਕਰਨੀ, ਜਾਂ ਨੱਕ ਦੇ ਸਿਰੇ ਦੇ ਉੱਤੇ ਨਜ਼ਰ ਨੂੰ ਟਿਕਾਉਣ ਦਾ ਯਤਨ ਕਰਨਾ। ਤੋ ਇਹ ਸਾਰੀਆਂ ਜਿਹੜੀਆਂ ਹੋਰ ਵੀ ਕਈ ਢੰਗਾਂ ਦੀਆਂ ਜੁਗਤੀਆਂ ਨੇ, ਕੁਝ ਕੁ ਦਾ ਮੈਂ ਜ਼ਿਕਰ ਕੀਤਾ। ਤਰਾਟਕ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ, ਇਹ ਸਾਰੀਆਂ ਤਰਾਟਕ ਦੀਆਂ ਜੁਗਤਾਂ ਹਨ। ਤੋ ਇਹ ਸਾਰੇ ਢੰਗ ਜਿਹੜੇ ਹਨ, ਸਰੀਰ ਦੀਆਂ ਸਾਰੀਆਂ ਕਿਰਿਆਵਾਂ ਨੂੰ ਸਿਥਲ ਕਰਕੇ ਤੇ ਮਨ ਨੂੰ ਹੱਠ ਨਾਲ ਦਬਾ ਕੇ ਜੋ ਅਵਸਥਾ ਅਚੀਵ ਕੀਤੀ ਜਾਂਦੀ ਹੈ ਇੱਕ ਪਾਸੇ ਫੋਕਸ ਕਰਨ ਦੀ, ਉਹਨੂੰ ਸਮਾਧੀ ਕਿਹਾ ਜਾਂਦਾ ਹੈ। ਤੋ ਜਿਹੜੇ 8 ਅੰਗ ਹਨ ਅਸ਼ਟਾਂਗ ਯੋਗ ਦੇ, ਇਹ ਸਾਰੇ ਹੀ ਇਸੇ ਨੂੰ ਹੀ ਸਟੇਜ ਬਾਏ ਸਟੇਜ ਅਚੀਵ ਕਰਨ ਲਈ ਇੱਧਰ ਹੀ ਕੇਂਦਰਿਤ ਹੁੰਦੇ ਹਨ ਕਿ ਕਿਸ ਤਰ੍ਹਾਂ ਮਨ ਨੂੰ ਪੂਰੀ ਤਰ੍ਹਾਂ ਕਾਬੂ ਵਿੱਚ ਲਿਆਉਣਾ ਹੈ,
ਤੇ ਕਿਸ ਤਰ੍ਹਾਂ ਯੋਗੀ ਜਿਹੜਾ ਹੈ ਉਹ ਸਮਾਧੀ ਦੀ ਅਵਸਥਾ ਤੱਕ ਪਹੁੰਚ ਜਾਏ। ਤਾਂ ਸਵਾਲਕਰਤਾ ਨੇ ਜਿਨ੍ਹਾਂ ਚੀਜ਼ਾਂ ਦਾ ਜ਼ਿਕਰ ਕੀਤਾ ਉਹ ਸਾਰੀਆਂ ਯੋਗ ਮਤ ਦੀ ਧਿਆਨ ਲਾਉਣ ਦੀ ਜਿਹੜੀ ਤਰਾਟਕ ਦੀ ਜੁਗਤ ਹੈ ਉਹਦੇ ਵਿੱਚੋਂ ਹਨ। ਇਹਨਾਂ ਦਾ ਗੁਰਮਤਿ ਨਾਲ ਕੋਈ ਸੰਬੰਧ ਨਹੀਂ ਹੈ। ਗੁਰਬਾਣੀ ਵਿੱਚ ਕਿਧਰੇ ਵੀ ਇਹਨਾਂ ਨੂੰ ਵਰਤਣ ਦਾ ਉਪਦੇਸ਼ ਨਹੀਂ ਹੈ, ਇਹਨਾਂ ਦੀ ਵਿਆਖਿਆ ਨਹੀਂ ਕੀਤੀ ਗਈ। ਸਗੋਂ ਗੁਰਬਾਣੀ ਦੇ ਵਿੱਚ ਤਾਂ ਜੋਗੀਆਂ ਦੀ ਜੁਗਤ ਦੀ ਹੀ ਨਿਖੇਧੀ ਕੀਤੀ ਗਈ ਹੈ ਤੇ ਉਹਨਾਂ ਨੂੰ ਗੁਰੂ ਸਾਹਿਬ ਨੇ ਉਹਨਾਂ ਅਗਿਆਨੀਆਂ ਅੰਨ੍ਹਿਆਂ ਦੇ ਵਿੱਚ ਸ਼ਾਮਲ ਕੀਤਾ ਹੈ, ਅੰਧੇ ਭਾਵ ਅਗਿਆਨੀਆਂ ਦੇ ਵਿੱਚ ਸ਼ਾਮਲ ਕੀਤਾ ਹੈ, ਜੋ ਜੁਗਤ ਤੋਂ ਵਿਹੂਣੇ ਹਨ। ਪ੍ਰਮਾਣ ਹੈ ਜੋਗੀ ਜੁਗਤ ਨਾ ਜਾਣੈ ਅੰਧ। ਤੋ ਇਹ ਸਾਰੀਆਂ ਜੁਗਤਾਂ ਉਹਨਾਂ ਦੀਆਂ ਹਨ ਜਿਨ੍ਹਾਂ ਨੂੰ ਗੁਰੂ ਨੇ ਅੰਧੇ ਤੇ ਜੁਗਤ ਨਾ ਜਾਣਨ ਵਾਲੇ ਕਿਹਾ ਹੈ। ਸਿੱਖਾਂ ਨੂੰ ਇਹਨਾਂ ਦਾ ਪ੍ਰਚਾਰ ਕਰਨ ਵਾਲਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਜਿੱਥੋਂ ਤੱਕ ਗੁਰਮਤਿ ਦੀ ਜੁਗਤੀ ਦਾ ਸਵਾਲ ਹੈ, ਪ੍ਰਭੂ ਦੇ ਵਿੱਚ ਧਿਆਨ ਟਿਕਾਉਣ ਦੀ ਜਿਹੜੀ ਗੁਰਮਤਿ ਜੁਗਤੀ ਜਿਹਦਾ ਜ਼ਿਕਰ ਬਾਰ-ਬਾਰ ਗੁਰਬਾਣੀ ਦੇ ਵਿੱਚ ਆਉਂਦਾ ਹੈ, ਉਸ ਪ੍ਰਭੂ ਦੇ ਨਾਲ ਪ੍ਰੇਮ ਪਾਉਣਾ ਹੈ, ਉਹ ਸੰਬੰਧ ਪ੍ਰੇਮ ਦਾ ਕਾਇਮ ਕਰਨਾ ਹੈ। ਤੋ ਐਸਾ ਕਰਨ ਲਈ ਉਸ ਪ੍ਰਭੂ ਦੇ ਗੁਣਾਂ ਨੂੰ ਯਾਦ ਕਰਨਾ, ਉਹਦੀ ਸਿਫਤ ਸਲਾਹ ਕਰਨਾ, ਉਹਦੇ ਗੁਣਾਂ ਦਾ ਗਾਇਨ ਕਰਨਾ, ਫਿਰ ਪ੍ਰਭੂ ਦੀ ਯਾਦ, ਉਹਦਾ ਸਿਮਰਨ, ਉਹਦੇ ਨਾਮ ਦਾ ਅਭਿਆਸ, ਇਹੀ ਗੁਰਮਤਿ ਜੁਗਤ ਹੈ। ਇਸ ਤੋਂ ਇਲਾਵਾ ਹੋਰ ਕੋਈ ਗੁਰਮਤਿ ਜੁਗਤ ਨਹੀਂ ਹੈ। ਤੋ ਜਦੋਂ ਉਸ ਪਿਆਰੇ ਨਾਲ ਪ੍ਰੇਮ ਹੋ ਜਾਵੇ, ਪ੍ਰੇਮ ਹੋਵੇ, ਤਾਂ ਫਿਰ ਐਸੀਆਂ ਹਠੀ ਜੁਗਤਾਂ ਦੀ ਲੋੜ ਹੀ ਨਹੀਂ ਰਹਿੰਦੀ। ਸਗੋਂ ਪ੍ਰੇਮ ਵਿਦਿਆ ਮਨ ਜਿਹੜਾ ਹੈ ਸੁਤੇ ਹੀ ਆਟੋਮੈਟਿਕਲੀ ਹੀ ਉਸਦੀ ਯਾਦ, ਸਿਮਰਨ, ਨਾਮ ਦੀ ਜਿਹੜੀ ਸਹਿਜ ਸਮਾਧੀ ਦੀ ਅਵਸਥਾ ਜਿਹਦਾ ਗੁਰਬਾਣੀ ਵਿੱਚ ਜ਼ਿਕਰ ਆ, ਉਹਦੇ 'ਚ ਫਿਰ ਮਗਨ ਰਹਿੰਦਾ ਹੈ। ਗੁਰਮਤਿ ਜੁਗਤ ਇਹੀ ਹੈ। ਇਸ ਪ੍ਰੇਮ ਨਾਲ ਵਿੰਨੇ ਹੋਏ ਮਨ ਦਾ ਧਿਆਨ ਕਿਵੇਂ ਪ੍ਰਭੂ ਵਿੱਚ ਸਦੀਵੀ ਤੌਰ ਤੇ ਟਿਕਿਆ ਰਹਿੰਦਾ ਹੈ, ਇਹ ਗੱਲ ਸਾਨੂੰ ਭਗਤ ਨਾਮਦੇਵ ਜੀ ਨੇ ਉਦਾਹਰਨਾਂ ਦੇ ਕੇ ਆਪਣੀ ਬਾਣੀ ਦੇ ਵਿੱਚ ਸਮਝਾਈ ਹੈ। ਉਹਨਾਂ ਦਾ ਪਵਿੱਤਰ ਸ਼ਬਦ 972 ਪੰਨੇ ਦੇ ਉੱਤੇ ਰਾਮਕਲੀ ਰਾਗ ਦੇ ਵਿੱਚ ਹੈ। ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਜਿਸ ਤਰ੍ਹਾਂ ਸੁਨਿਆਰਾ ਆਪਣੇ ਕੰਮ ਦੇ ਵਿੱਚ ਧਿਆਨ ਲਗਾ ਲੈਂਦਾ ਹੈ, ਰਾਮ ਦੇ ਨਾਮ ਦੇ ਵਿੱਚ ਵੀ ਸਾਡਾ ਮਨ ਉਦਾਂ ਵਿੰਨਿਆ ਹੋਣਾ ਚਾਹੀਦਾ ਹੈ। ਪਰ ਕਈ ਉਦਾਹਰਨਾਂ ਦਿੰਦੇ ਹਨ। ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਦੇ ਭਰਮ ਲਈ ਭਰਮੀ ਅਲੇ ਪੰਜ ਜਨਾ ਸਿਓ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਅਲੇ। ਕੋਈ ਬੰਦਾ ਗੁੱਡੀ ਉਡਾਉਂਦਾ ਹੋਵੇ ਅਸਮਾਨ ਵਿੱਚ ਤੇ ਧਿਆਨ ਉਹਦਾ ਗੁੱਡੀ ਉਡਾਉਣ ਵਿੱਚ ਹੀ ਕੇਂਦਰਿਤ ਹੁੰਦਾ, ਭਾਵੇਂ ਨਾਲ ਖੜੇ 5-7 ਬੰਦਿਆਂ ਨਾਲ ਉਹ ਗੱਲਾਂ ਵੀ ਕਰੀ ਜਾਂਦਾ, ਪਰ ਧਿਆਨ ਉਹਦਾ ਉੱਥੇ ਹੀ ਟਿਕਿਆ ਰਹਿੰਦਾ ਹੈ। ਇਸ ਤਰੀਕੇ ਨਾਲ ਸਾਡਾ ਮਨ ਪ੍ਰਭੂ ਦੇ ਨਾਮ ਦੇ ਵਿੱਚ ਵਿੰਨਿਆ ਰਹਿਣਾ ਚਾਹੀਦਾ ਹੈ, ਉੱਥੇ ਹੀ ਫੋਕਸ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਹਨ ਕਿ ਜਦੋਂ ਲੜਕੀਆਂ ਘੜੇ ਭਰਨ ਲਈ ਜਾਂਦੀਆਂ ਹਨ ਖੂਹ ਤੇ ਜਾਂ ਨਦੀ ਤੇ ਸਿਰ ਦੇ ਉੱਤੇ ਘੜਾ ਟਿਕਾਇਆ ਹੁੰਦਾ ਹੈ, ਆਪਣੀਆਂ ਸਹੇਲੀਆਂ ਨਾਲ ਹਾਸਾ ਠੱਠਾ ਮਜ਼ਾਕ ਗੱਲਾਂ ਸਾਰਾ ਕੁਝ ਕਰਦੀਆਂ ਹਨ, ਪਰ ਧਿਆਨ ਘੜੇ 'ਚ ਹੀ ਹੁੰਦਾ, ਉਹ ਥੱਲੇ ਨਹੀਂ ਡਿੱਗਦਾ। ਇਸੇ ਤਰ੍ਹਾਂ ਹੀ ਜਿਹੜੀਆਂ ਗਊਆਂ ਨੇ ਉਹ ਬੜੀ ਦੂਰ ਦੂਰ ਤੱਕ ਘਰੋਂ ਨਿਕਲ ਜਾਂਦੀਆਂ ਨੇ ਘਾਹ ਚਰਨ ਲਈ, ਪਰ ਗਾਂ ਦਾ ਚਿੱਤ ਆਪਣੇ ਵਛੜੇ 'ਚ ਹੁੰਦਾ। ਜਦੋਂ ਵਛੜਾ ਉਹਦਾ ਭੁੱਖਾ ਹੁੰਦਾ ਤੇ ਉਹ ਘਰ ਪਹੁੰਚ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜੀ ਮਾਂ ਹੈ ਘਰ ਦੇ ਵਿੱਚ, ਬਾਲਕ ਜਿਹੜਾ ਹੈਗਾ ਉਹਨੂੰ ਭੰਗੂੜੇ 'ਚ ਪਾ ਕੇ ਸਾਰੇ ਕੰਮ ਕਰਦੀ ਫਿਰਦੀ ਹੈ, ਪਰ ਚਿੱਤ ਉਹਦਾ ਆਪਣੇ ਬਾਲਕ ਵਿੱਚ ਹੁੰਦਾ। ਇਹ ਨਹੀਂ ਹੋ ਸਕਦਾ ਕਿ ਬਾਲਕ ਨੂੰ ਕੋਈ ਤਕਲੀਫ ਹੋਵੇ ਤੇ ਮਾਂ ਨੂੰ ਪਤਾ ਨਾ ਲੱਗੇ। ਬਿਲਕੁਲ ਇਸੇ ਤਰ੍ਹਾਂ ਹੀ ਭਗਤ ਜੀ ਨੇ ਇਹੀ ਟੈਕਨੀਕ ਸਾਨੂੰ ਦੱਸੀ ਹੈ, ਇਹੀ ਗੁਰਮਤਿ ਦੀ ਟੈਕਨੀਕ ਹੈ, ਕਿਉਂਕਿ ਜਿੱਥੇ ਪ੍ਰੇਮ ਹੋਵੇ ਉੱਥੇ ਧਿਆਨ ਆਪੇ ਟਿਕਦਾ ਹੈ। ਤੋ ਜੁਗਤ ਜਿਹੜੀ ਗੁਰਮਤਿ ਦੇ ਵਿੱਚ ਦੱਸੀ ਗਈ ਹੈ, ਪ੍ਰਭੂ ਦੇ ਪ੍ਰੇਮ ਦੇ ਵਿੱਚ ਮਨ ਨੂੰ ਵਿੰਨਣ ਦੀ ਹੈ। ਮਨ ਰਾਮ ਨਾਮਾ ਬੇਦੀ ਵਾਲੇ ਜਿਵੇਂ ਭਗਤ ਜੀ ਨੇ ਕਿਹਾ, ਇਹ ਤਰਾਟਕ ਵਰਗੀਆਂ ਹਠ ਯੋਗ ਦੀਆਂ ਜੁਗਤਾਂ ਸਾਨੂੰ ਉਹਨਾਂ ਲਈ ਛੱਡ ਦੇਣੀਆਂ ਚਾਹੀਦੀਆਂ ਹਨ। ਗੁਰਮਤਿ ਦੇ ਮੁਤਾਬਕ ਤਾਂ ਇਹ ਅੰਨੀਆਂ ਟੱਕਰਾਂ ਮਾਰਨ ਦੇ ਤੁੱਲ ਹਨ। ਜਦੋਂ ਇਹਨਾਂ ਨੂੰ ਕੋਈ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਤਾਂ ਗੁਰੂ ਨਾਨਕ ਨਾਮ ਲੈਵਾ ਗੁਰੂ ਕੇ ਸਿੱਖਾਂ ਨੂੰ ਇਹੋ ਜਿਹੇ ਸੱਜਣਾ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛੇ ਤਰੀਕੇ ਨਾਲ ਵੀਰ ਜੀ ਤੁਸੀਂ ਸਮਝਾਇਆ। ਸੰਗਤ ਜੀ ਬੜੀ ਸਪਸ਼ਟ ਹੈ ਕਿ ਸਾਰੀਆਂ ਹਠ ਯੋਗ ਦੀਆਂ ਕਿਰਿਆਵਾਂ ਨੇ ਜਿਹੜੇ ਅਨਮਤੀ ਕਰਦੇ ਨੇ, ਪਰ ਅਫਸੋਸ ਇਹ ਹੈ ਕਿ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਇਹ ਗੁਰਦੁਆਰਿਆਂ 'ਚ ਵੀ ਆਉਣੀਆਂ ਸ਼ੁਰੂ ਹੋ ਗਈਆਂ। ਮੈਂ ਪਿੱਛੇ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ, ਔਰ ਹੁਣ ਵੀ ਪਿੱਛੇ 3-4 ਮਹੀਨੇ ਪਹਿਲੇ ਕੈਨੇਡਾ ਦੇ ਸਾਡੇ ਗੁਰਦੁਆਰਾ ਸਾਹਿਬ ਵਿੱਚ ਬਕਾਇਦਾ ਉਹਨਾਂ ਨੇ, ਕਿਉਂਕਿ WhatsApp ਤੇ ਮੈਨੂੰ ਵੀ ਮੈਸੇਜ ਆ ਗਿਆ ਵੀ ਉਹ ਯੋਗਾ ਨਾਲ ਸਿਮਰਨ ਕਰਾਉਣਗੇ। ਫਿਰ ਮੈਨੇਜਮੈਂਟ ਨੂੰ ਬੇਨਤੀ ਕੀਤੀ ਗਈ, ਔਰ ਹੋਰ ਜਿਹੜੇ 1-2 ਅਸਰਦਾਰ ਨੇ, ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਕਹੋ ਵੀ ਇਹ ਸ਼ੁਰੂ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਫਿਰ ਕਿਹਾ, ਤੇ ਸ਼ੁਕਰ ਹੈ ਪਰਮਾਤਮਾ ਦਾ ਵੀ ਉਹ ਮੈਨੇਜਮੈਂਟ ਜਿਹੜੀ ਹੈ ਉਹਨੂੰ ਉਸ ਪ੍ਰੋਗਰਾਮ ਨੂੰ ਕੈਂਸਲ ਕੀਤਾ। ਨਹੀਂ ਤੇ ਉਹ ਬਕਾਇਦਾ ਸਵੇਰੇ 4 ਵਜੇ ਆ ਕੇ ਗੁਰਦੁਆਰੇ ਅੰਦਰ ਆਸਾ ਕੀ ਵਾਰ ਦੇ ਕੀਰਤਨ ਹੋ ਰਿਹਾ, ਦੂਜੇ ਹਾਲ ਦੇ ਵਿੱਚ ਉਹ ਯੋਗਾ ਕਰ ਰਿਹਾ। ਤਾਂ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ
ਕਿਉਂਕਿ ਇਹੋ ਜਿਹੇ ਜਿਹੜੇ ਭੰਬਲ ਭੂਸੇ ਨੇ ਉਹ ਸਾਨੂੰ ਆਮ ਸੰਗਤਾਂ ਨੂੰ ਦੂਜੇ ਪਾਸੇ ਵੀ ਲਿਜਾ ਸਕਦੇ ਨੇ। ਤੋ ਧੰਨਵਾਦ ਵੀਰ ਪ੍ਰਭ ਕੀਰਤਨ ਸਿੰਘ ਜੀ ਆਪ ਜੀ ਦਾ। ਤੋ ਸੰਗਤ ਜੀ ਸਮਾਂ ਤਾਂ ਬਿਲਕੁਲ ਹੋ ਗਿਆ, ਪਰ ਇੱਕ ਸਵਾਲ ਹੋਰ ਲੈ ਲੈਣੇ ਆ। ਸਵਾਲ ਸਾਡੇ ਕੋਲ ਪੈਂਡਿੰਗ ਨੇ, ਤੇ ਇਹ ਸਵਾਲ ਹੈ ਸਾਹਿਬ ਮਨਪ੍ਰੀਤ ਸਿੰਘ ਜੀ ਦਾ। ਉਹਨਾਂ ਨੇ ਕਿਹਾ ਕਿ ਵਡ ਭਾਗੀ ਹਰਸੰਗਤ ਪਾਵੈ, ਇਹਦੇ ਨਵੀਨ ਅਰਥ ਕੀ ਹਨ? ਮੈਂ ਉਹਨਾਂ ਨੂੰ ਮੈਸੇਜ ਪਾਇਆ ਸੀ, ਮਨਪ੍ਰੀਤ ਸਿੰਘ ਜੀ, ਤੁਹਾਨੂੰ ਤੁਹਾਡਾ ਜਵਾਬ ਨਹੀਂ ਆਇਆ ਮੈਨੂੰ, ਬਈ ਨਵੀਨ ਤੋਂ ਸਾਨੂੰ ਸਮਝ ਨਹੀਂ ਬਈ ਨਵੀਨ ਅਰਥ ਕੀ ਨੇ। ਤਾਂ ਖੈਰ ਫਿਰ ਵੀ ਮੈਂ ਬੇਨਤੀ ਕਰ ਰਿਹਾ ਸਾਕਿਕਰ ਸਿੰਘ ਜੀ ਨੂੰ ਵੀ ਸਾਨੂੰ ਇਸ ਤੁਕ ਦੇ ਅਰਥ ਸਮਝਾ ਦਿਓ। ਵੱਡ ਭਾਗੀ ਹਰਸੰਗਤ ਪਾਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 95। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਵੀਰ ਰਾਜਾ ਸਿੰਘ ਜੀ ਨੇ ਇੱਕ ਪੰਕਤੀ ਬੋਲ ਕੇ ਆਪਾਂ ਨੂੰ ਦੱਸਿਆ ਹੈ ਕਿ ਇਹਦੇ ਨਵੀਨ ਅਰਥ ਭਾਵ ਕੀ ਹਨ। ਇਹ ਜੋ ਪਦਾ ਹੈ ਇਹ 3 ਪੰਕਤੀਆਂ ਦਾ ਇੱਕ ਪਦਾ ਹੈ, ਤੇ ਇਸ ਬਾਣੀ ਦਾ ਜੋ ਸਿਰਲੇਖ ਹੈ ਉਹ ਹੈ ਜੀ ਰਾਗ ਮਾਝ ਚੌਪ ਦੇ ਘਰ ਪਹਿਲਾ ਮਹਿਲਾ ਚੌਥਾ, ਅੰਕ 95 ਦੇ। ਵਿਸ਼ੇ ਅਧੀਨ ਮੁਕੰਮਲ ਪਦੇ ਦਾ ਜਿਹੜਾ ਪਾਠ ਹੈ ਇਸ ਤਰ੍ਹਾਂ ਹੈ। ਵਡਭਾਗੀ ਹਰ ਸੰਗਤ ਭਾਵੇਂ, ਭਾਗਹੀਣ ਭਰਮ ਚੋਟਾਂ ਖਾਵੇਂ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਮੈਨੂੰ ਇਉਂ ਲੱਗਦਾ ਵੀ ਸਵਾਲ ਪੁੱਛਣ ਵਾਲੇ ਦਾ ਮਨੋਰਥ ਭਾਗ ਕਿਸਮਤ ਦੇ ਸੰਬੰਧ 'ਚ ਉਹ ਕੁਝ ਜਾਣਨਾ ਚਾਹੁੰਦੇ ਆ। ਸੋ ਇਸ ਤੋਂ ਪਹਿਲਾਂ ਆਪਾਂ ਇਸ ਪਦੇ ਦੇ ਅਰਥ ਭਾਵ ਸਮਝੀਏ। ਪਹਿਲਾਂ ਆਪਾਂ ਵਡਭਾਗੀ ਸ਼ਬਦ ਬਾਰੇ ਵੀ ਸਮਝ ਲਈਏ। ਜਿਹੜਾ ਵਡਭਾਗੀ ਸ਼ਬਦ ਹੈ ਇਹ ਇੱਕ ਵਚਨ ਵੀ ਹੈ ਅਤੇ ਬਹੁਵਚਨ ਵੀ ਹੈ। ਇਹਨੂੰ ਬਹੁਵਚਨ ਬਣਾਉਣ ਵਾਸਤੇ ਕਦੇ ਵੀ ਬਿੰਦੀ ਦੀ ਲੋੜ ਨਹੀਂ ਪੈਂਦੀ ਆ। ਜਿਵੇਂ ਵਡਭਾਗੀ ਨਹਾਵੈ, ਭਾਵ ਵੱਡੇ ਭਾਗਾਂ ਵਾਲਾ ਨਹਾਉਂਦਾ ਹੈ। ਜੇ ਅਸੀਂ ਬਹੁਵਚਨ ਬਣਾਉਣਾ ਹੋਵੇ ਤਾਂ ਵਡਭਾਗੀ ਨਹਾਵੇਂ, ਵੱਡੇ ਭਾਗਾਂ ਵਾਲੇ ਨਹਾਉਂਦੇ ਹਨ। ਕੇਵਲ ਕਿਰਿਆ ਜਿਹੜੀ ਬਦਲ ਜਾਂਦੀ ਹੈ, ਇੱਕ ਵਚਨ ਜਾਂ ਬਹੁਵਚਨ ਦੀ ਕਿਰਿਆ, ਲੇਕਿਨ ਸ਼ਬਦ ਵਡਭਾਗੀ ਹੀ ਰਹਿੰਦਾ ਹੈ। ਤੇ ਕਿਰਿਆ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਵਡਭਾਗੀ ਇੱਕ ਵਚਨ ਹੈ ਜਾਂ ਬਹੁਵਚਨ ਹੈ। ਲੇਕਿਨ ਜਿੱਥੇ ਵੱਡੇ ਭਾਗਾਂ ਨਾਲ, ਵੱਡੇ ਭਾਗਾਂ ਦੇ ਰਾਹੀਂ ਜਾਂ ਵੱਡੇ ਭਾਗਾਂ ਦੁਆਰਾ ਆਦ ਅਰਥ ਹੋਣ, ਫਿਰ ਵਡਭਾਗੀ ਭਾਵ ਨਾਸਕੀ ਉਚਾਰਨ ਹੋਵੇਗਾ। ਆਮ ਤੌਰ ਤੇ ਜਿਹੜਾ ਭਾਗ ਸ਼ਬਦ ਹੈ ਇਹਦਾ ਅਰਥ ਕਿਸਮਤ ਕੀਤਾ ਜਾਂਦਾ, ਪਰ ਗੁਰਬਾਣੀ ਵਿੱਚ ਗੁਰੂ ਸਾਹਿਬਾਨ ਜਾਂ ਭਗਤਾਂ ਨੇ ਜਿਹੜਾ ਕਿਸਮਤ ਸ਼ਬਦ ਹੈ ਇਹਦੀ ਕਿਤੇ ਵੀ ਵਰਤੋਂ ਕੀਤੀ ਨਹੀਂ ਮਿਲਦੀ ਹੈ। ਅਗਰ ਕਿਤੇ ਗੁਰਬਾਣੀ ਵਿੱਚ ਕਿਸਮਤ ਸ਼ਬਦ ਦੀ ਵਰਤੋਂ ਹੋਈ ਹੋਵੇ ਤਾਂ ਜ਼ਰੂਰ ਸਾਂਝੀ ਕਰਨੀ ਜੀ। ਜਦੋਂ ਕਿ ਭਾਗ, ਵੱਡੇ ਭਾਗ, ਵਡਭਾਗੀ, ਵਡਭਾਗੀਆ ਸ਼ਬਦ ਆਮ ਵਰਤੇ ਹਨ। ਗੁਰਮਤਿ ਅਨੁਸਾਰ ਭਾਵ ਗੁਰਬਾਣੀ ਮੁਤਾਬਕ ਭਾਗ ਦਾ ਜੋ ਜ਼ਿਆਦਾ ਢੁਕਵਾਂ ਅਰਥ ਹੈ ਉਹ ਹੈ ਮਨੁੱਖ ਦੇ ਕੀਤੇ ਕਰਮਾਂ ਦਾ ਲੇਖ, ਭਾਵ ਕੀਤੇ ਕਰਮਾਂ ਦਾ ਲੇਖਾ ਜੋਖਾ। ਹੁਣ ਆਪਾਂ ਗੁਰਬਾਣੀ ਵਿੱਚੋਂ ਦੇਖਦੇ ਹਾਂ ਕਿ ਵੱਡੇ ਭਾਗ ਕਿਹਨਾਂ ਦੇ ਹੁੰਦੇ ਆ। ਰਾਗ ਸੋਰਠ, ਵਾਰ ਮਹੱਲੇ ਚੌਥੇ ਕੀ, ਪੌੜੀ ਨੰਬਰ 18, ਅੰਕ 649। ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਤੇ ਆ। ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤਿਆ। ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਧੰਨ ਧੰਨ ਭਾਗ ਤਿੰਨਾ ਗੁਰਮੁਖਾਂ, ਜੋ ਗੁਰ ਸਿੱਖ ਲੈ, ਭਾਵ ਗੁਰੂ ਦੀ ਸਿੱਖਿਆ ਲੈ, ਜੋ ਗੁਰ ਸਿੱਖ ਲੈ ਮਨ ਜਿਨਤਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜਤੇ। ਸੋ ਇਸ ਜਿਹੜੀ ਪੌੜੀ ਹੈ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਵੱਡੇ ਭਾਗ ਤੋਂ ਕੀ ਭਾਵ ਹੈ, ਭਾਵ ਕਿਹਨਾਂ ਦੇ ਵੱਡੇ ਭਾਗ ਹਨ। ਸੋ ਇਸ ਪੌੜੀ ਦੇ ਪਾਠ ਤੋਂ ਆਪਾਂ ਗੁਰਮਤਿ ਅਨੁਸਾਰ ਵੱਡੇ ਭਾਗਾਂ ਵਾਲੇ ਕਿਹਨਾਂ ਨੂੰ ਕਹਿ ਸਕਦੇ ਹਾਂ ਜਾਂ ਕੌਣ ਕਹੇ ਜਾਂਦੇ ਆ। ਹੁਣ ਆਪਾਂ ਜੋ ਅੱਜ ਸਵਾਲ ਆਇਆ ਹੈ ਉਹਦੀ ਬਿਲਕੁਲ ਸੰਖੇਪ ਜਿਹੀ ਵਿਚਾਰ ਕਰਦੇ ਹਾਂ। ਵਡਭਾਗੀ ਹਰ ਸੰਗਤ ਭਾਵੇਂ, ਭਾਵ ਵਡਭਾਗੀ ਸ਼ਬਦ ਇੱਥੇ ਬਹੁਵਚਨ ਹੈ। ਵੱਡੇ ਭਾਗਾਂ ਵਾਲੇ ਮਨੁੱਖ, ਪ੍ਰਭੂ ਦਾ ਮਿਲਾਪ ਕਰਾਉਣ ਵਾਲੀ ਸਾਧ ਸੰਗਤ,
ਭਾਵ ਗੁਰੂ ਦੀ ਸੰਗਤ ਪ੍ਰਾਪਤ ਕਰਦੇ ਹਨ। ਭਾਗਹੀਨ ਇੱਥੇ ਵਿਰੋਧੀ ਸ਼ਬਦ ਹੈ। ਭਾਗ ਪਹਿਲਾਂ ਅਸੀਂ ਵੱਡੇ ਭਾਗਾਂ ਵਾਲੇ ਮਨੁੱਖ ਸੀ, ਇੱਥੇ ਹੁਣ ਅਗਲੀ ਪੰਕਤੀ ਦੇ ਵਿੱਚ ਭਾਗਹੀਨ ਭਰਮ ਚੋਟਾਂ ਖਾਵੇਂ। ਭਾਗਹੀਨ ਵੀ ਬਹੁਵਚਨ ਸ਼ਬਦ ਹੈ। ਪਰ ਜਿਹੜੇ ਨਿਭਾਗੇ ਮਨੁੱਖ ਹੈ, ਮਾੜੇ ਭਾਗਾਂ ਵਾਲੇ ਮਨੁੱਖ ਹੈ, ਵਹਿਮਾਂ ਭਰਮਾਂ ਦੀ ਭਟਕਣਾ ਵਿੱਚ ਪੈ ਕੇ ਚੋਟਾਂ ਖਾਂਦੇ ਹਨ, ਭਾਵ ਖੱਜਲ ਖੁਆਰ ਹੁੰਦੇ ਹਨ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਚੰਗੇ ਭਾਗਾਂ ਤੋਂ ਬਿਨਾਂ ਸਾਧ ਸੰਗਤ ਭਾਵ ਗੁਰੂ ਦੀ ਸੰਗਤ ਨਹੀਂ ਮਿਲਦੀ ਹੈ, ਅਤੇ ਗੁਰੂ ਦੀ ਸੰਗਤ ਤੋਂ ਬਿਨਾਂ ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਨਾਲ ਭਰਿਆ ਰਹਿੰਦਾ ਹੈ। ਸੋ ਸਮੁੱਚੀ ਵਿਚਾਰ ਕਰਦਿਆਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਬਖਸ਼ ਦੇਣਾ ਜੀ। ਫਤਿਹ ਬੁਲਾਉਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਹੈ ਵੀਰ ਕਿੱਕਰ ਸਿੰਘ ਜੀ। तो संगत जी बड़ा स्पष्ट कर देता है कि चंगे कर्म ही वड भाग ने। तो आओ आप चंगे कर्म रखिए, तो चंगे कर्म करिए तां जे वड भागी रहिए। तो ये कोई बहुता शक शुबा नहीं है, उन्होंने बड़े अच्छे तरीके नाल समझा दिता। तो फिर भी मैं मनप्रीत सिंह वीर जी नूं या बाकी जिहड़ी संगत है, अगर ये कोई होर अजे भी क्योंकि ये गल्लां इहो जिहियां निभागां दी भाग निभाग असीं आम समाजिक तौर ते भी ये लफ्ज़ बड़े वरतदे आ भी उहदे भागां च नहीं है जी, फलाना नहीं है जी, पर गुरबाणी च किस लहजे च क्या वो वीर जी ने सानू समझाया। तो फिर भी किसी को कोई होर ये बारे कोई इनपुट देनी हो तो कृपा करके ग्रुप चैट में या क्वेश्चन आंसर दे सकते हो या लिख के सानू भेज सकते हो। तो किकर सिंह जी आप जी का बहुत बहुत धन्यवाद है। तो संगत जी मैं जिवें बेनती पहले की है, साडे कोल सवाल तो होर भी हैं पर समां अज हो गया, वो अगली बारी असीं पहल के तौर पर लवांगे। एक सवाल किसी ने भेजा कि 10 पातशाहियों के सही नाम की ने। तो ये संगत जी मैं बेनती कर दिया भी नाम तो आप रोज लैंदे आ पढ़ते हैं, जिथे लिखे होंदे पढ़ते हैं, कोई ऐसी गल नहीं है। हाँ वो सानू इंज महसूस होया भी कुछ सज्जन इहो जी गल कई वारी करते हैं भी गुरु नानक साहब जी दे लफ्ज शब्द नाम दे नाल देव लफ्ज क्यों है, इस तरह पंजवें पातशाह जी दे जिहड़े नाम ने अर्जन देव क्यों है। तो गल यह कि भी ये नहीं देव लाना या नहीं लाना, ये मतलब कोई इशू नहीं है। जिहड़े नाम ने वो प्रचलित नाम ने और उस वेले नाम जिहड़े ने इहो जिहे बुलाए जांदे सन जिस वेले खालसे की सिरजना हुई है 1699 विसाखी। उस तो बाद सानू जरूरी हो गया कि अपने नावां नाल सिंह जिहड़ा और जिहड़ियां भैणां ने कौर लिखणगी, उस तो पहले नहीं सी। तो मेरा ख्याल है भी इहो जे सानू बहुत वाद-विवाद च नहीं पैना चाहिए। लोड़ ते है गुरु साहब की उपदेशों नाल जुड़न दा। तो अगर अजकल वैसे ये भी थोड़ा जिहा रिवाज आ गया, मैंने क्षमा करना कि बहुत सारिया गल्लां जिहड़ियां ने वो मतलब सज्जियों खब्बियों ला के वो ज़्यादा आपां कुरेद रहे। तो मेरे ख्याल बहुता इहो जिहियां कुरेदण की लोड़ नहीं है। लोड़ ते हैगी है भी गुरु साहब ने सानू बाणी च की किहा, असीं किहो जिहे इंसान बनना है, उहो जिहे इंसान बणीए, गल खत्म है। पर असी बहुत ज्यादा जिहड़ा वो ठीक है, कभी कोई मन शुभा शक आवे साफ करना चाहिए, कोई दोए राय नहीं। परंतु सानू अपनी सारी एनर्जी उस पासे ना लाइए भी यह किवें है जी, वो किवें लिखिया गया, फलाना किवें लिखिया गया, इधर नहीं एनर्जी लानी चाहिए। क्योंकि गुरु ग्रंथ साहब की सिक्ख्या बड़ी विशाल है। सारी उम्र सी इस सिक्ख्या नूं अपनाते रहिए ते असी उम्र छोटी है, सिक्ख्या बहुत वड्डी है। तो इसलिए सानू लोड़ है कि अपना वध तो वध जिहड़ी कंसनट्रेशन है वो गुरु उपदेशों वाल, गुरु उपदेशों नूं समझण वाल समझ के अपने उत्ते लागू करन ते लानी चाहिए। सज्जे खब्बे दीयां गल्लां जिहड़ियां ने वो मतलब अभी कोशिश करिए जे उन्हां तों असीं संकोच कर सकीए। धन्नवाद है। तो संगत जी समा हो गया, मैं एक दो बेनतियां सिर्फ करनियां ने। एक तो ये जिस वेले असीं ज्वाइन किया जी मिशनरी कॉलेज, तो सानू हदायत सीगी भी जिस वेले क्लास च आना कापी ते पेन नाल लैके आना, तां जे जिहड़े इंपॉर्टेंट उस वेले कोई नुकते आउंदे ने उन्हां नूं आपां नोट करिए, क्योंकि उदां साडे कई वार ज़हन चों निकल भी जांदे ने। उंज संगत जी मेरा अपना तजर्बा है कि असीं सुनन च विश्वास रखते हैं, पढ़न च घट रखते हैं ते लिखण च बहुत घट रखते हैं। जद कि होना ये चाहिए कि सुनना बड़ा जरूरी है, क्योंकि सुनन बगैर तो गल बनती नहीं। तो सुनन तो बाद जिस वेले सुन रहे होंदे आ किसी भी विद्वान कोलों, उहदे जिहड़े
ਇੰਪੋਰਟੈਂਟ ਪੁਆਇੰਟਸ ਨੋਟ ਕਰਨੇ ਚਾਹੀਦੇ ਨੇ। ਸਾਡੇ ਇਸ ਪਲੇਟਫਾਰਮ ਤੇ ਵੀ ਕੁਝ ਵੀਰ ਭੈਣਾਂ ਹੈ ਨੇ ਜਿਹੜੇ ਬਕਾਇਦਾ ਪੈਨ ਪੈਨਸਲ ਲੈ ਕੇ ਲਿਖਦੇ ਨੇ। ਤੋ ਇਹ ਇੱਕ ਸਾਨੂੰ ਆਪਣੇ ਆਪ 'ਚ ਰਿਵਾਜ ਪਾਉਣ ਦੀ ਲੋੜ ਹੈ। ਸਾਡੇ 'ਚ ਰਿਵਾਜ ਹੀ ਨਹੀਂ। ਦੇਖੋ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਅਸੀਂ ਕਹਿੰਦੇ ਵੀ ਇਹ ਪਾਠਸ਼ਾਲਾ ਹੈ, ਤੇ ਪਾਠਸ਼ਾਲਾ 'ਚ ਅਸੀਂ ਜਾਂਦੇ ਹਾਂ, ਸਿੱਖਣ ਲਈ ਜਾਂਦੇ ਹਾਂ, ਤੇ ਸਾਡੇ ਕੋਲ ਤਾਂ ਕੋਈ ਐਸਾ ਮਤਲਬ ਪ੍ਰਬੰਧ ਨਹੀਂ ਹੁੰਦਾ, ਨਾ ਹੀ ਕੋਈ ਇਹੋ ਜਿਹਾ। ਹਾਲਾਂਕਿ ਮੇਰੀ ਗੱਲ ਸ਼ਾਇਦ ਓਪਰੀ ਲੱਗੇਗੀ ਵੀ ਗੁਰਦੁਆਰਾ ਸਾਹਿਬ ਜਾਣਾ ਤੇ ਕਾਪੀ ਪੈਨਸਲ ਲੈ ਕੇ ਜਾਈਏ, ਪਰ ਇਹ 'ਚ ਹਰਜ ਕੋਈ ਨਹੀਂ ਹੈ, ਕਿਉਂਕਿ ਸਾਡੇ ਇਹ ਰਿਵਾਜ ਨਹੀਂ ਬਣਿਆ। ਜਿੱਥੇ ਅਸੀਂ ਸਿੱਖਣ ਜਾਈਏ ਆਪਾਂ ਇੰਨੇ ਓਵਰ ਕਾਨਫੀਡੈਂਸ ਨਾ ਹੋਈਏ ਕਿ ਜੋ ਦੱਸਿਆ ਮੈਨੂੰ ਤੇ ਯਾਦ ਹੋ ਗਿਆ। ਮੈਨੂੰ ਤੇ ਘੱਟੋ ਘੱਟ ਨਾਲੋਂ ਨਾਲ ਕਾਫੀ ਉਸ ਵੇਲੇ ਸੱਜੇ ਖੱਬੇ ਨਿਕਲਦਾ ਜਾਂਦਾ। ਤੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪਾਂ ਕੋਸ਼ਿਸ਼ ਕਰੀਏ ਕਿ ਇਸ ਕਲਾਸ ਵਿੱਚ ਆਪਾਂ ਕਿਉਂਕਿ ਘਰੋਂ ਘਰਾਂ 'ਚ ਬੈਠੇ ਆ, ਕੋਈ ਦੂਜੀ ਫਾਰਮੈਲਿਟੀ ਵੀ ਨਹੀਂ ਹੈ, ਤੇ ਅਸੀਂ ਆਪਣੀ ਕਾਪੀ ਪੈਨਸਲ ਕੋਲ ਰੱਖੀਏ ਤੇ ਇੰਪੋਰਟੈਂਟ ਪੁਆਇੰਟਸ ਜਿਹੜੇ ਨੇ ਉਹ ਜ਼ਰੂਰ ਸਾਨੂੰ ਨੋਟ ਕਰਨੇ ਚਾਹੀਦੇ ਨੇ। ਉਹ ਬੜੇ ਸਹਾਇਕ ਹੋਣਗੇ। ਉਹ ਸਾਡੀ ਕਿਤਾਬ ਬਣ ਜਾਏਗੀ ਜਿਹਦੇ 'ਚ ਸਾਨੂੰ ਪਤਾ ਲੱਗੇਗਾ ਕਿਹੜੀ ਗੱਲ ਕਿਹੜੇ ਕਿਸੇ ਵੇਲੇ ਦੁਬਾਰਾ ਰੈਫਰੈਂਸ ਦਾ ਲੋੜ ਪੈ ਜਾਂਦਾ ਤੇ ਅਸੀਂ ਉੱਥੋਂ ਲੱਭ ਸਕਦੇ। ਤੋ ਇਹ ਮੇਰੀ ਬੇਨਤੀ ਹੈ, ਇਹ ਮੇਰੀ ਜ਼ਾਤੀ ਬੇਨਤੀ ਹੈ ਸੰਗਤ ਜੀ, ਤੇ ਤੁਹਾਨੂੰ ਠੀਕ ਲੱਗੇ ਤੇ ਪ੍ਰਵਾਨ ਕਰਨਾ। ਦੂਜੀ ਬੇਨਤੀ ਕਿ SMC ਜਿਹੜੀ ਆਪਣੀ ਐਪ ਜਿਹੜੀ ਹੈ ਉਹ ਲਾਂਚ ਹੋ ਗਈ ਹੈ। ਤੁਸੀਂ ਹੁਣ ਆਪਣੇ ਆਪ ਮੈਂਬਰ ਵੀ ਬਣ ਸਕਦੇ ਹੋ ਮੈਗਜ਼ੀਨ ਦੇ, ਤੁਸੀਂ ਕੋਰਸਪੋਂਡੈਂਸ ਕੋਰਸ ਵੀ ਕਰ ਸਕਦੇ ਹੋ। ਮੈਂ ਪਿਛਲੇ ਹਫਤੇ ਬੇਨਤੀ ਵੀ ਕੀਤੀ ਸੀਗੀ ਕਿ ਸਾਨੂੰ ਮੈਗਜ਼ੀਨਸ ਦੀ ਜਿਹੜੀ ਆਉਣੀ ਚਾਹੀਦੀ ਸੀ ਰਿਸਪਾਂਸ, ਮੈਨੂੰ ਖਿਮਾ ਕਰਨਾ, ਨਹੀਂ ਆਇਆ। ਮੈਂ ਸਿਰਫ ਇਸ ਕਲਾਸ ਦੀ ਗੱਲ ਕਰ ਰਿਹਾ ਕਿ ਇਸ ਕਲਾਸ 'ਚ ਜਿੰਨੀ ਸਾਡੀ ਹਾਜ਼ਰੀ ਹੈ ਔਰ ਜਿੰਨੀ ਅਸੀਂ ਜੁੜਦੇ ਹਾਂ ਮਨ ਕਰਕੇ ਕਮਿਟਡ ਹੋ ਕੇ, ਮੈਗਜ਼ੀਨ ਦੇ ਪੱਖੋਂ ਉਨੀ ਬੁਕਿੰਗ ਨਹੀਂ ਹੋ ਰਹੀ, ਉਨੀ ਆ ਨਹੀਂ ਰਹੀ। ਤੇ ਮੈਂ ਤੇ ਇਹ ਵੀ ਸਲਾਹ ਦਿੱਤੀ ਸੀ ਕਿ ਆਪਣੇ ਦਸਵੰਧ ਨੂੰ ਆਪਾਂ ਇਸ ਪਾਸੇ ਵੀ ਲਾਈਏ, ਤੇ ਬਜਾਏ ਕਿਸੇ ਨੂੰ ਕਹਿਣ ਦੇ ਕਹਿਣਾ ਵੀ ਹੈ ਤੇ ਅਸੀਂ ਆਪ ਹੀ ਜਿੱਥੋਂ ਸਮਝੀਏ ਵੀ ਇਹ ਫਲਾਣੇ ਨੂੰ ਮੈਗਜ਼ੀਨ ਜਾਣਾ ਚਾਹੀਦਾ, ਅਸੀਂ ਆਪਣੇ ਦਸਵੰਧ 'ਚ ਮੈਗਜ਼ੀਨ ਬੁੱਕ ਕਰਾ ਲਈ। ਤੋ ਇਹ ਮੁਹਿੰਮ ਇੱਕ ਸਾਨੂੰ ਚਲਾਉਣ ਦੀ ਲੋੜ ਹੈ ਤਾਂ ਜੇ ਮੈਗਜ਼ੀਨ ਦੀ ਗਿਣਤੀ ਜਿਹੜੀ ਹੈ ਉਹ ਸਾਨੂੰ ਵਧਣੀ ਚਾਹੀਦੀ ਹੈ। ਮੈਂ ਤੁਹਾਨੂੰ ਯਾਦ ਕਰਾ ਦਿਆਂ ਕਿ ਅੱਜ ਤੋਂ 3 ਮਹੀਨੇ ਪਹਿਲੇ ਵੀਰ ਹਰਜੀਤ ਸਿੰਘ ਜੀ ਨੇ ਕਿਹਾ ਸੀਗਾ ਕਿ ਮੈਗਜ਼ੀਨ ਦਾ ਖਰਚਾ ਇੰਨਾ ਜ਼ਿਆਦਾ ਹੈ ਕਿ ਸਾਡੀ ਉਨੀ ਉਹਦੀ ਆਮਦਨ ਨਹੀਂ ਹੈ, ਕਿਤੇ ਬੰਦ ਨਾ ਹੋ ਜਾਏ। ਉਸ ਦਿਨ ਤੋਂ ਬਾਅਦ ਮੈਂ ਬੜਾ ਇਸ ਵਾਲੇ ਚਿੰਤਾਤੁਰ ਹਾਂ ਕਿ ਇਹ ਲਫ਼ਜ਼ ਉਹਨਾਂ ਨੇ ਕਿਹਾ ਤੇ ਕਿਤੇ ਬੰਦ ਨਾ ਹੋ ਜਾਏ। ਇਹ ਨਹੀਂ ਹੋਣਾ ਚਾਹੀਦਾ। ਇਸ ਲਈ ਮੈਂ ਤੁਹਾਨੂੰ ਬਾਰ-ਬਾਰ ਬੇਨਤੀਆਂ ਕਰਦਾ ਕਿ ਮੈਗਜ਼ੀਨ ਜ਼ਰੂਰ ਬੁੱਕ ਕਰਾਓ ਜੀ। ਜਿਹੜੇ ਪੇਪਰ ਮਤਲਬ ਵੀ ਹਾਰਡ ਕਾਪੀ ਨਹੀਂ ਮੰਗਵਾਉਣਾ ਚਾਹੁੰਦੇ, ਉਹ ਆਨਲਾਈਨ ਪੜ੍ਹਨ ਲਈ $5 ਦੇ ਕੇ ਆਪਾਂ ਉਹਦੇ ਮੈਂਬਰ ਬਣ ਸਕਦੇ ਹਾਂ। ਕਿਰਪਾ ਕਰੋ ਜੀ, ਇਸ ਪਾਸੇ ਧਿਆਨ ਦਿਓ ਸਾਂਝੇ ਸਾਡੀ ਬੜੇ ਮਤਲਬ ਆਉਣ ਵਾਲੇ ਮਹੀਨੇ ਤੱਕ ਮੈਗਜ਼ੀਨ ਦੀ ਗਿਣਤੀ ਜਿਹੜੀ ਹੈ ਉਹ ਕਾਫੀ ਹੋ ਜਾਏ, ਤੇ ਤਾਂ ਜੇ ਫਿਰ ਪ੍ਰਭ ਕੀਰਤ ਸਿੰਘ ਜੀ ਸਾਨੂੰ ਥੋੜਾ ਜਿਹਾ ਹੌਸਲਾ ਵੀ ਦੇਣ ਵੀ ਭਰਤੀ ਜਿਹੜੀ ਹੋ ਰਹੀ। ਸੋ ਮੇਰੀਆਂ ਬੇਨਤੀਆਂ ਜਿਹੜੀਆਂ ਨੇ ਸੰਗਤ ਜੀ ਪ੍ਰਵਾਨ ਕਰ ਰਹੀਆਂ। ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਮੈਂ ਆਪਣੇ ਔਰ ਪੈਨਲ ਦੀ ਵੀ ਆਪ ਤੇ ਆਪ ਪਾਸੋਂ ਖਿਮਾ ਮੰਗਦਾ ਔਰ ਆਪ ਆਸ ਕਰਦਾ ਕਿ ਇਸੇ ਤਰ੍ਹਾਂ ਆਪ ਆਸ਼ੀਰਵਾਦ ਦਿਓਗੇ, ਆਪਣੇ ਸਵਾਲ ਭੇਜੋਗੇ, ਸੁਝਾਅ ਭੇਜੋਗੇ, ਤਾਂ ਜੇ ਅਸੀਂ ਇਸ ਪਾਸੇ ਲੱਗੇ ਰਹੀਏ। ਬਸ ਇਹ ਖਿਆਲ ਰੱਖਣਾ। ਤੋ ਇੱਕ ਵਾਰੀ ਫੇਰ ਆਪ ਸਭ ਦਾ ਧੰਨਵਾਦ ਕਰਦਾ ਹੋਇਆ ਅਤੇ ਸਾਂਝੀ ਕਰਾਂਗੇ ਜੀ। ਅਗਲੇ ਸੋਮਵਾਰ ਇਸੇ ਤਰ੍ਹਾਂ ਫੇਰ ਇਸ ਸੈਸ਼ਨ 'ਚ ਮਿਲਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Morning.